ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੁਲਾਕਾਤ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅੱਜ ਇੱਕ ਖਾਸ ਪਰਸਨੈਲਿਟੀ ਦੇ ਨਾਲ ਤੁਹਾਡੀ ਮੁਲਾਕਾਤ। ਤੁਸੀਂ ਵਾਕਿਫ ਹੋ ਉਹਨਾਂ ਤੋਂ, ਰਾਕੇਸ਼ ਬਾਵਾ, ਫਿਲਮ ਸਕਾਲਰ। ਸੋ ਉਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ ਕਿ ਅਸੀਂ ਗੱਲ ਕਰਾਂਗੇ ਸਿਨੇਮਾ ਦੀ। ਸੋ ਸਿਨੇਮਾ ਯੂਥ ਦੇ ਨਾਲ ਕਿੱਦਾਂ ਰਿਲੇਟ ਕਰਦਾ, ਯੂਥ ਦੇ ਜੀਵਨ ਦੇ ਨਾਲ ਕਿੱਦਾਂ ਰਿਲੇਟ ਕਰਦਾ। ਰਾਈਟ ਫਰੋਮ ਦਾ ਵੈਰੀ ਬਿਗਨਿੰਗ, ਜਦੋਂ ਸਿਨੇਮਾ ਇੰਟਰੋਡਿਊਸ ਹੁੰਦਾ ਹੈ ਇੰਡੀਆ ਦੇ ਵਿੱਚ, ਉਸ ਤੋਂ ਬਾਅਦ ਜਦੋਂ ਇਸ਼ੂਜ਼ ਦੇ ਉੱਤੇ ਕੰਮ ਕੀਤਾ ਜਾਂਦਾ, ਸੋਸ਼ਲ ਇਸ਼ੂਜ਼ ਨੇ, ਰਿਲੀਜੀਅਸ ਇਸ਼ੂਜ਼ ਨੇ, ਹੋਰ ਤਰ੍ਹਾਂ ਦੇ ਫੈਮਿਲੀ ਇਸ਼ੂਜ਼ ਨੇ। ਸੋ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਕਿੱਦਾਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਦੇਸ਼ ਨਵਾਂ ਆਜ਼ਾਦ ਹੋਇਆ ਔਰ ਅੱਜ ਤੱਕ ਉਹ ਕੋਸ਼ਿਸ਼ ਜਾਰੀ ਹੈ 1947 ਤੋਂ ਲੈ ਕੇ ਟਿਲ ਡੇਟ, ਕਿ ਯੂਥ ਨਾਲ ਸਿਨੇਮਾ ਨੂੰ ਕਿੱਦਾਂ ਰਿਲੇਟ ਕਰੀਏ, ਕਿਉਂਕਿ ਕਿਸੇ ਵੀ ਚੀਜ਼ ਦੀ ਕਾਮਯਾਬੀ ਵਾਸਤੇ ਯੂਥ ਨਾਲ ਰਿਲੇਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੀ ਜੋ ਭਾਰਤ ਦੀ ਆਜ਼ਾਦੀ ਦੀ ਲੜਾਈ ਹੈ ਉਹ ਵੀ ਯੂਥ ਨੇ ਲੜੀ ਹੈ। ਜਦੋਂ ਤੱਕ ਯੂਥ ਵਿੱਚ ਨਹੀਂ ਆਈ ਉਦੋਂ ਤੱਕ ਸਿੱਟੇ ਸਾਹਮਣੇ ਨਹੀਂ ਆਏ। ਹਰ ਚੀਜ਼ ਯੂਥ ਦੇ ਮੋਢਿਆਂ ਦੇ ਉੱਤੇ ਟਿਕੀ ਹੋਈ ਹੈ। ਹਰ ਜ਼ਮਾਨਾ ਯੂਥ ਦੇ ਮੋਢਿਆਂ ਦੇ ਉੱਤੇ ਟਿਕਿਆ ਹੋਇਆ ਹੈ। ਸੋ ਅੱਜ ਅਸੀਂ ਯੂਥ ਦੀ ਗੱਲ ਕਰਾਂਗੇ ਕਿ ਸਿਨੇਮਾ ਯੂਥ ਨੂੰ ਕਿੱਦਾਂ ਧਿਆਨ 'ਚ ਰੱਖ ਕੇ ਕ੍ਰੀਏਟ ਕੀਤਾ ਜਾਂਦਾ ਹੈ ਤੇ ਯੂਥ ਕੀ ਐਕਸਪੈਕਟ ਕਰਦੀ ਹੈ ਸਿਨੇਮਾ ਤੋਂ, ਫਿਲਮ ਮੇਕਰਸ ਤੋਂ, ਔਰ ਕਿਸ ਤਰ੍ਹਾਂ ਯੂਥ ਦੀਆਂ ਸਮੱਸਿਆਵਾਂ ਨੂੰ ਐਡਰੈਸ ਕੀਤਾ ਜਾਂਦਾ ਹੈ ਸਿਨੇਮਾ ਦੇ ਵਿੱਚ। ਵਰਲਡ ਵਾਈਡ ਇਹ ਫਿਨੋਮੀਨਾ ਹੈ, ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਜਾਂਦਾ ਹੈ। ਹਾਲਾਂਕਿ ਬੱਚਿਆਂ ਦੀਆਂ ਫਿਲਮਾਂ ਵੀ ਬਣਦੀਆਂ ਨੇ, ਬਜ਼ੁਰਗਾਂ ਦੀਆਂ ਫਿਲਮਾਂ ਵੀ ਬਣਦੀਆਂ ਨੇ, ਕੁਝ ਐਜੂਕੇਸ਼ਨਲ ਸਿਨੇਮਾ ਵੀ ਕ੍ਰੀਏਟ ਹੁੰਦਾ ਹੈ, ਬਟ ਯੂਥ ਇਜ਼ ਦ ਮੇਨ ਫੈਕਟਰ। ਸੋ ਰਾਕੇਸ਼ ਜੀ, ਬਹੁਤ ਸਵਾਗਤ ਤੁਹਾਡਾ ਮੁਲਾਕਾਤ ਦੇ ਵਿੱਚ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਜੀ। ਜੋ ਆਪਾਂ ਸਟਾਰਟਿੰਗ ਲਿੱਤੀ ਹੈ ਕਿ ਯੂਥ ਦੀ ਗੱਲ ਆਪਾਂ ਕਰਦੇ ਹਾਂ, ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ, ਬਿਕੋਜ਼ ਯੂ ਆਰ ਅ ਫਿਲਮ ਸਕਾਲਰ, ਤੁਸੀਂ ਫਿਲਮ ਨੂੰ ਸਟੱਡੀਜ਼ ਕਰਦੇ ਹੋ, ਵਰਲਡ ਵਾਈਡ ਫਿਨੋਮੀਨਾ ਜੋ ਹੈ ਤੁਸੀਂ ਉਹਨੂੰ ਸਟੱਡੀ ਕਰਦੇ ਹੋ। ਸੋ ਯੂਥ ਕਿੱਦਾਂ ਰਿਲੇਟ ਕਰਦੀ ਹੈ ਸਿਨੇਮਾ ਨਾਲ, ਜਾਂ ਸਿਨੇਮਾ ਕਿੱਦਾਂ ਰਿਲੇਟ ਕਰਦਾ ਹੈ ਯੂਥ ਦੇ ਨਾਲ, ਇਹਦੀ ਇੱਕ ਬਰੀਫ ਇੰਟਰੋਡਕਸ਼ਨ ਤੋਂ ਬਾਅਦ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਆਪਣੀ ਕਾਰਵਾਈ ਗੱਲਬਾਤ ਦੀ। ਜੀ ਬਿਲਕੁਲ, ਹਾਂ, ਜੋ ਸਿਨੇਮਾ ਤੇ ਯੂਥ ਦਾ ਰਿਲੇਸ਼ਨ ਹੈ, ਇੱਕ ਬੜਾ ਇੰਪੋਰਟੈਂਟ, ਬੜਾ ਪਰਟੀਨੈਂਟ ਰਿਲੇਸ਼ਨ ਜਿਹੜਾ ਹੈ ਉਹ ਬਣ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਸਿਨੇਮਾ ਗੋਅਰਸ ਦੀ ਗੱਲ ਕਰਦੇ ਹਾਂ, ਜੋ ਸਿਨੇਮਾ ਵੇਖਣ ਜਾ ਰਹੇ ਹੈ, ਮੈਂ ਅੱਜ ਦੇ ਸਮੇਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਅੱਜ ਐਂਟਰਟੇਨਮੈਂਟ ਦੇ ਸਾਧਨ ਹੋਰ ਵੀ ਬਹੁਤ ਹੋ ਗਏ ਨੇ। ਜਦੋਂ ਮੈਂ ਸਿਨੇਮਾ ਦੀ ਗੱਲ ਕਰਦਾ ਤਾਂ ਮੈਂ ਉਸ ਦੌਰ ਦੀ ਗੱਲ ਕਰਦਾ ਜਦੋਂ ਸਿਨੇਮਾ ਐਕਸਕਲੂਸਿਵਲੀ ਸਾਡੇ ਮਨੋਰੰਜਨ ਦਾ ਸਾਧਨ ਹੁੰਦਾ ਸੀਗਾ ਤੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਮੀਡੀਅਮ ਸੀ। ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਮੀਡੀਅਮ ਸੀ ਕਿ ਇਹਦਾ ਪ੍ਰਭਾਵ ਜਿਹੜਾ ਹੈ ਉਹ ਹਰ ਵਰਗ ਤੇ ਪੈਣਾ ਲਾਜ਼ਮੀ ਹੋ ਜਾਂਦਾ ਸੀਗਾ। ਤੇ ਜੋ ਯੰਗਸਟਰਸ ਹੈ, ਜੋ ਯੂਥ ਹੈ, ਕਿਉਂਕਿ ਉਹ ਸਿਨੇਮਾ ਜ਼ਿਆਦਾ ਵੇਖਣ ਜਾਂਦਾ ਸੀਗਾ ਤੇ ਜਿਸ ਪ੍ਰਕਾਰ ਦੇ ਇਸ਼ੂਜ਼ ਉਠਾਏ ਜਾਣਗੇ, ਜਿਸ ਪ੍ਰਕਾਰ ਦੇ ਮੁੱਦੇ ਉਠਾਏ ਜਾਣਗੇ, ਜਿਸ ਪ੍ਰਕਾਰ ਦੀ ਮੂਵੀਜ਼ ਬਣਨਗੀਆਂ ਜਾਂ ਬਣੀਆਂ ਹੋਣਗੀਆਂ 1950 ਦੇ ਦਹਾਕੇ 'ਚ, 60 ਦੇ ਦਹਾਕੇ 'ਚ, 70 ਦੇ ਦਹਾਕੇ 'ਚ, ਉਹਦਾ ਪ੍ਰਭਾਵ ਯੂਥ ਤੇ ਪੈਣਾ, ਨੌਜਵਾਨਾਂ ਤੇ ਪੈਣਾ ਬਹੁਤ ਲਾਜ਼ਮੀ ਸੀ ਤੇ ਉਹ ਅੱਜ ਤੱਕ ਹੋ ਰਿਹਾ। ਇਸ ਤਰ੍ਹਾਂ ਦਾ ਕੋਈ ਮੀਡੀਅਮ ਨਹੀਂ ਹੁੰਦਾ, ਖਾਸ ਕਰਕੇ ਆਡੀਓ ਵਿਜ਼ੂਅਲ ਮੀਡੀਅਮ ਦੀ ਆਪਾਂ ਜੇ ਗੱਲ ਕਰੀਏ ਕਿ ਜਿਸ ਦਾ ਪ੍ਰਭਾਵ ਨਾ ਪੜੇ। ਉਹ ਪ੍ਰਭਾਵ ਜਿਹੜਾ ਹੈ ਉਹ ਦੂਰਗਾਮੀ ਵੀ ਹੋ ਸਕਦਾ ਹੈ, ਲੌਂਗ ਟਰਮ ਵੀ ਹੋ ਸਕਦਾ ਹੈ। ਉਹ ਪ੍ਰਭਾਵ ਜਿਹੜਾ ਹੈ ਉਹ ਸ਼ਾਰਟ ਟਰਮ ਵੀ ਹੋ ਸਕਦਾ ਹੈ, ਲੇਕਿਨ ਕੁਛ ਨਾ ਕੁਛ ਜ਼ਰੂਰ ਹਰ ਵਰਗ ਜਿਹੜਾ ਹੈ ਉਹ ਸਿਨੇਮਾ 'ਚ ਲੈ ਕੇ ਜਾਂਦਾ ਹੈ। ਇਹ ਗੱਲ ਜਿਹੜੀ ਹੈ ਯੂਥ ਨਾਲ ਵੀ ਉਨੀ ਹੀ ਕਾਰਗਰ ਸਿੱਧ ਹੁੰਦੀ ਹੈ, ਉਨੀ ਹੀ ਸਹੀ ਹੈ। ਬਿਲਕੁਲ ਜੀ, ਕਿਉਂਕਿ 1947 'ਚ ਦੇਸ਼ ਆਜ਼ਾਦ ਹੋਇਆ ਤੇ 1950 ਤੋਂ ਜਿਹੜਾ ਸਿਨੇਮਾ ਸ਼ੁਰੂ ਹੁੰਦਾ ਹੈ ਉਹਦੇ 'ਚ ਅਸੀਂ ਦੇਸ਼ ਦੀਆਂ ਉਸ ਵਕਤ ਦੀਆਂ ਸਮੱਸਿਆਵਾਂ ਨੂੰ ਐਡਰੈਸ ਕਰਨਾ ਸ਼ੁਰੂ ਕੀਤਾ, ਮਾਡਰਨ ਇੰਡੀਆ ਵੱਲ ਵਧਣਾ ਸ਼ੁਰੂ ਕੀਤਾ। ਸੋ ਹਮੇਸ਼ਾ ਹਰ ਫਿਲਮ ਦੇ ਵਿੱਚ ਇੱਕ ਮੈਸੇਜ ਰਹਿੰਦਾ ਸੀ, छोड़ो कल की बातें, कल की बात पुरानी, नए दौर में लिखेंगे हम मिलके नई कहानी, हम हिंदुस्तानी। सो इस तरह के मैसेज लैके हर फिल्म आती सी और यूथ ਦੀਆਂ ਸਮੱਸਿਆਵਾਂ ਨੂੰ, क्योंकि यूथ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਸੀ, ਜਾਤ ਪਾਤ ਦੀ ਸਮੱਸਿਆ, ਇੰਪਲੋਇਮੈਂਟ ਦੀ ਸਮੱਸਿਆ, ਫਿਊਚਰ ਨੂੰ ਲੈ ਕੇ ਬ੍ਰਾਈਟ ਫਿਊਚਰ ਦੀ ਸਮੱਸਿਆ, ਐਜੂਕੇਸ਼ਨ ਦੀ ਸਮੱਸਿਆ, ਫੈਮਿਲੀ ਪ੍ਰੋਬਲਮਸ, ਜਨਰੇਸ਼ਨ ਗੈਪ, ਐਜੂਕੇਟ ਕਿੱਦਾਂ ਕਰਨਾ, ਬਿਕੋਜ਼ ਸਿਨੇਮਾ ਇੱਕ ਐਜੂਕੇਸ਼ਨ ਦਾ ਮੀਡੀਅਮ ਹੈ। ਬਹੁਤ ਕੁਝ ਅਜਿਹਾ ਸੀ ਜਿਹੜਾ ਸਰਕਾਰ ਧਿਆਨ ਵਿੱਚ ਰੱਖ ਕੇ ਫਿਲਮ ਮੇਕਰਸ ਨੂੰ ਕਹਿੰਦੀ ਸੀ ਕਿ ਤੁਸੀਂ ਇਸਦਾਂ ਦੀਆਂ ਉਸਾਰੂ ਕ੍ਰੀਏਟਿਵ ਫਿਲਮਸ ਬਣਾਓ ਜੋ ਇੰਡੀਆ ਨੂੰ ਅੱਗੇ ਤੱਕ ਲੈ ਕੇ ਜਾਣ। ਤੇ ਅਸੀਂ ਹਮੇਸ਼ਾ ਗੱਲ ਕਰਦੇ ਸੀ ਕਿ ਯੂਥ ਨੂੰ ਕਿੱਦਾਂ ਐਜੂਕੇਟ ਕੀਤਾ ਜਾਵੇ, ਇੱਕ ਵਧੀਆ ਸੋਚ, ਇੱਕ ਨਵੀਂ ਸੋਚ ਦੇ ਨਾਲ ਨਵੇਂ ਹਿੰਦੁਸਤਾਨ ਦਾ ਨਿਰਮਾਣ ਕੀਤਾ ਜਾਵੇ। ਔਰ ਉਹਦੇ ਵਿੱਚ ਵੀ ਇੱਕ ਗੀਤ ਆਉਂਦਾ ਕਿ ਯਹਾਂ ਵਹਾਂ ਸਾਰੇ ਜਹਾਂ ਮੇਂ ਤੇਰਾ ਰਾਜ ਹੈ, ਜਵਾਨੀ ਔਰ ਦੀਵਾਨੀ ਤੂੰ ਜ਼ਿੰਦਾਬਾਦ। ਸੋ ਜਵਾਨੀ ਦੀਵਾਨੀ ਜ਼ਿੰਦਾਬਾਦ ਹੈ। ਸੋ ਤੁਸੀਂ 50s ਔਰ 60 ਦੀ ਗੱਲ ਕੀਤੀ ਹੈ, ਜਦੋਂ ਦੇਸ਼ ਨੂੰ ਆਜ਼ਾਦ ਹੋਏ ਨੂੰ ਹਜੇ 3 ਸਾਲ ਹੋਏ ਨੇ, ਆਪਾਂ 50s ਤੋਂ ਸ਼ੁਰੂ ਕਰਦੇ ਹਾਂ।
ਯੂਥ ਦੀਆਂ ਕਿਹੜੀਆਂ ਸਮੱਸਿਆਵਾਂ ਸੀ ਜਿਹੜਾ 50 ਤੇ 60 ਦਾ ਸਿਨੇਮਾ ਐਡਰੈਸ ਕਰਨ ਦੇ ਵਿੱਚ ਕਾਮਯਾਬ ਰਿਹਾ ਹੈ ਇੰਡੀਆ ਦੇ ਵਿੱਚ? ਤੁਸੀਂ ਜਿਸ ਪ੍ਰਕਾਰ ਇੰਟਰੋਡਿਊਸ कराया सॉन्ग्स के माध्यम नाल कि जवानी और दीवानी जिंदाबाद, लेकिन मैं ये कहना चाहना कि वो थोड़ा बाद विच यूथ का नारा चाहे बनया होवे लेकिन ये किसी इशू की गल नहीं सी। 50 के दहाके तो मैं चलना चाहना, जिवें कि तुसीं कहा 1950s तो फिर आप 60s ਦੇ ਵਿੱਚ एंटर करांगे। तो 1950 का दहाका जो डेकेड है ते 1960s का जो डेकेड है, दोनों से भी कुछ फर्क आ चुका है। वो फर्क जिहड़ा है वो साफ नज़र आएगा सानू जदों असीं सिनेमा की जर्नी वेखांगे, यात्रा देखांगे कि ये किस प्रकार इवॉल्व होया। 50s तो पहला ही 40s ਦੇ ਵਿੱਚ ही कुछ शुरुआत जिहड़ी है वो यूथ इशूज़ की मूवीज़ ਦੇ ਵਿੱਚ हो चुकी सीगी। इत्थे मैं नाम लेना चाहना नजमा ते ऐलान मूवीज़ का, जो कि महबूब खान प्रोडक्शंस वालों आईयां ते 1943 विच नजमा आ रही है, 1947 ਦੇ ਵਿੱਚ ऐलान आ रही है। एजुकेशन दे जिहड़ा इशू है, सिक्ख्या का जो इशू है, उसनूं बड़ा बढ़ चढ़ के ਇਹਦੇ ਵਿੱਚ ਦਰਸਾਇਆ ਗਿਆ ਸੀਗਾ। ਤੇ ਸਿੱਖਿਆ ਵੀ ਉਸ ਵਰਗ ਦੀ, ਜਿਸ ਵਰਗ ਨੂੰ, ਜਿਸ ਕਲਾਸ ਨੂੰ, ਜਿਸ ਕਮਿਊਨਿਟੀ ਨੂੰ ਉਸ ਟਾਈਮ ਐਜੂਕੇਸ਼ਨਲੀ ਬੈਕਵਰਡ ਸਮਝਿਆ ਜਾਂਦਾ ਸੀਗਾ। ਮੁਸਲਿਮਸ ਦੀ ਗੱਲ ਮੈਂ ਇੱਥੇ ਕਰ ਰਿਹਾ। ਤੇ ਇਹ ਬੜਾ ਇੱਕ ਇਸ਼ੂ ਇੰਪੋਰਟੈਂਟ ਸੀਗਾ, ਪਰ ਇਹਨੂੰ ਦਰਸਾਉਣ ਲਈ, ਇਹਨੂੰ ਸਿਨੇਮਾ ਦੇ ਪਰਦੇ ਤੇ ਲੈ ਕੇ ਆਉਣ ਲਈ ਇੱਕ ਬੜੀ ਹਿੰਮਤ ਚਾਹੀਦੀ ਸੀ ਜੋ ਮਹਿਬੂਬ ਖਾਨ ਨੇ ਉਦੋਂ ਦਿਖਾਈ। क्योंकि 1940 के दहाके ਦੇ ਵਿੱਚ ਅਸੀਂ ਇਹ ਚੀਜ਼ ਐਕਸਪੈਕਟ ਨਹੀਂ ਕਰ ਸਕਦੇ ਸੀਗੇ। ਉਸ ਚੀਜ਼ ਨੂੰ ਦਰਸਾਇਆ ਗਿਆ ਤੇ ਵੂਮਨ ਐਮਪਾਵਰਮੈਂਟ ਦੀ ਗੱਲ, ਕਿਉਂਕਿ ਅੱਜ ਸਾਡੇ ਲਈ ਕਾਮਨ ਮੁੱਦਾ ਹੈ, ਉਦੋਂ ਇਹ ਬਿਲਕੁਲ ਕਾਮਨ ਨਹੀਂ ਸੀਗਾ। ਅੱਜ ਤੋਂ 20 ਸਾਲ ਪਹਿਲਾਂ ਵੀ ਕਾਮਨ ਨਹੀਂ ਸੀਗਾ। ਪਰਦੇਦਾਰੀ ਦੀ ਗੱਲ ਸੀਗੀ, ਉਦੋਂ ਵੀ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਕਾਮਨ ਨਹੀਂ ਸਮਝਿਆ ਜਾਂਦਾ ਸੀਗਾ। ਲੇਕਿਨ 40 ਦੇ ਦਹਾਕੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪਰਦੇ ਤੇ ਉਤਾਰਿਆ ਗਿਆ। ਹੋਰ ਗੁਰਦਾਸ ਸਾਹਿਬ ਨੇ, राज कपूर साहब ने, जिन्होंने 1950 के दहाके ਦੇ ਵਿੱਚ यूथ ਦੀਆਂ ਐਸਪੀਰੇਸ਼ਨਸ ਨੂੰ, ਉਹਨਾਂ ਦੇ ਸੁਪਨਿਆਂ ਨੂੰ ਪਰਦੇ ਤੇ ਉਕੇਰਿਆ ਹੈ ਕਿ ਜੋ ਮੁੱਦੇ ਉਹਨਾਂ ਨਾਲ ਰਿਲੇਟਡ ਹੋ ਸਕਦੇ ਸੀ, ਉਹਨਾਂ ਨਾਲ ਵਾਬਸਤਾ ਸੀਗੇ, ਉਹਨਾਂ ਨੂੰ ਉਹ ਸਿਨੇਮਾ ਦੇ ਪਰਦੇ ਤੇ ਲਿਆਉਣ ਲਈ ਬੜੇ ਸਫਲ ਹੋਏ। ਉਹਦੀ ਗੱਲ ਡਿਟੇਲ 'ਚ ਕਰਾਂਗੇ ਆਪਾਂ। ਲੇਕਿਨ ਜਦੋਂ ਇਹ ਦਹਾਕਾ ਜਿਹੜਾ ਹੈ 60s ਦੇ ਵਿੱਚ ਐਂਟਰ ਕਰਦਾ ਹੈ, 60 ਦਾ ਦਹਾਕਾ ਆਉਂਦਾ ਹੈ, ਤਾਂ ਉਸ ਟਾਈਮ ਅਸੀਂ ਇਹ ਵੇਖਦੇ ਹਾਂ ਕਿ ਇਸ਼ੂਜ਼ ਦੀ ਗੱਲ ਕਿਤੇ ਪਿੱਛੇ ਰਹਿਣੀ ਸ਼ੁਰੂ ਹੋ ਜਾਂਦੀ ਹੈ 1965 ਤੋਂ ਬਾਅਦ। ਤੇ ਮੈਂ ਵਰਡ ਯੂਜ਼ ਕਰਨਾ ਚਾਹੂੰਗਾ ਐਸਕੇਪਿਜ਼ਮ ਜੀ, ਜਾਂ ਸੁਪਨਿਆਂ ਦੀ ਗੱਲ। ਡ੍ਰੀਮਸ ਵਰ ਬੀਇੰਗ ਸੋਲਡ ਟੂ ਯੂਥ ਐਟ ਦੈਟ ਟਾਈਮ। ਜਦੋਂ 60 ਤੋਂ ਬਾਅਦ, 65 ਤੋਂ ਬਾਅਦ ਇਹ ਦਹਾਕਾ ਸ਼ੁਰੂ ਹੁੰਦਾ ਹੈ, ਬੇਸਿਕਲੀ ਐਸਪੀਰੇਸ਼ਨਸ ਦੀ ਗੱਲ, ਮੁੱਦਿਆਂ ਦੀ ਗੱਲ ਕਿਤੇ ਨਾ ਕਿਤੇ ਬੈਕਫੁੱਟ ਤੇ ਚਲੀ ਜਾਂਦੀ ਹੈ। ਐਸਕੇਪਿਜ਼ਮ ਦਾ ਮਤਲਬ ਹੈ ਕਿ ਆਪਣੀ ਹਾਰਸ਼ ਰਿਐਲਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਘਰ ਛੱਡ ਕੇ ਆਓ, ਤੇ ਜੋ ਅਸੀਂ ਸੁਪਨੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਨਾਂ ਸੁਪਨਿਆਂ ਦੇ ਵਿੱਚ 2 ਘੰਟੇ, 2.5 ਘੰਟੇ, 3 ਘੰਟੇ ਆਪਣੇ ਗੁਜ਼ਾਰੋ, ਤੇ ਉਸ ਦਾ ਕੋਈ ਮੈਸੇਜ ਤੁਹਾਨੂੰ ਸ਼ਾਇਦ ਉਦੋਂ ਨਹੀਂ ਮਿਲਦਾ ਸੀਗਾ। ਮੈਂ 60 ਦੇ ਦਹਾਕੇ ਦੀ ਗੱਲ ਕਰ ਰਿਹਾ। ਅਪਵਾਦ ਹੋਏ ਹੈ, ਐਕਸੈਪਸ਼ਨਸ ਹੋਈਆਂ ਨੇ, ਐਕਸੈਪਸ਼ਨਸ ਹਰ ਯੁੱਗ ਦੇ ਵਿੱਚ ਰਹੀਆਂ ਨੇ, ਲੇਕਿਨ ਉਹ ਗੋਲਡਨ ਪੀਰੀਅਡ ਜਿਹੜਾ 50s ਦਾ ਸੀਗਾ, ਜਦੋਂ ਇਹੋ ਜਿਹੀ ਮੂਵੀਜ਼ ਡੋਮੀਨੇਟ ਕਰਦੀਆਂ ਸੀਗੀਆਂ, ਜਦੋਂ ਅਨਐਮਪਲੋਇਮੈਂਟ, ਜਦੋਂ ਪਾਵਰਟੀ, ਜਦੋਂ ਕਲਾਸ ਸਟਰਗਲ, ਜਦੋਂ ਕਾਸਟ ਸਟਰਗਲ, ਰੂਰਲ ਅਰਬਨ ਮਾਈਗ੍ਰੇਸ਼ਨ, ਸਲਮ ਦੀ ਪ੍ਰੋਬਲਮ, ਗੰਦੀ ਬਸਤੀਆਂ ਦੀ ਪ੍ਰੋਬਲਮ, ਇਹਨਾਂ ਚੀਜ਼ਾਂ ਨੂੰ ਲੈ ਕੇ ਫਿਲਮਕਾਰ ਆਏ ਸੀਗੇ ਪਰਦੇ ਤੇ। ਉਹ 60 ਦੇ ਦਹਾਕੇ ਦੇ ਵਿੱਚ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਸੀਗਾ ਜੀ। ਮੈਂ ਜੇ ਇੱਕ ਸਟੇਟਮੈਂਟ ਫਿਰ ਰਿਪੀਟ ਕਰੂੰਗਾ ਕਿ ਡ੍ਰੀਮਸ ਵਰ ਬੀਇੰਗ ਸੋਲਡ। ਤੇ 60 ਦੇ ਦਹਾਕੇ ਦੀ ਇੱਕ ਹੋਰ ਜੋ ਚੀਜ਼ ਮੈਨੂੰ ਨਜ਼ਰ ਆ ਰਹੀ ਹੈ, ਉਹ ਨਜ਼ਰ ਆ ਰਹੀ ਹੈ ਸਟਾਰ ਸਿਸਟਮ ਦਾ ਉੱਪਰ ਆਉਣਾ। 50s ਦੇ ਵਿੱਚ ਪ੍ਰੋਡਕਸ਼ਨ ਹਾਊਸਿਸ ਡੋਮੀਨੇਟ ਕਰਦੇ ਸੀਗੇ। ਪ੍ਰੋਡਿਊਸਰ ਵਾਜ਼ ਸੁਪਰੀਮ, ਡਾਇਰੈਕਟਰ ਵਾਜ਼ ਸੁਪਰੀਮ। ਇੱਕ ਨਿਰਦੇਸ਼ਕ ਦੇ ਨਾਂ ਤੇ ਫਿਲਮਾਂ ਵੇਖਣ ਜਾਂਦੇ ਸੀਗੇ। ਉਹ ਫਿਲਮਾਂ ਵੇਖੀਆਂ ਜਾਂਦੀਆਂ ਸੀਗੀਆਂ ਕਿ ਫਲਾਂ ਨਿਰਦੇਸ਼ਕ ਦੀ ਮੂਵੀ ਆ ਰਹੀ ਹੈ। ਲੇਕਿਨ ਜਦੋਂ ਅਸੀਂ 60s ਦੇ ਵਿੱਚ ਐਂਟਰ ਹੋ ਜਾਂਦੇ ਹਾਂ ਤਾਂ ਇੱਕ ਐਕਟਰ ਤੇ ਇੱਕ ਐਕਟਰਸ ਦੇ ਨਾਂ ਤੇ मूवीज देखना जाना शुरू हो गए कि फला एक्टर की मूवी जी आ रही है। एक बहुत बड़ा बदलाव सीगा। ये बदलाव इतने मैंने दसना पै रहा है क्योंकि इस बदलाव जो होया तो वो स्टार सिस्टम जो एक इमर्ज होंदा है तो इशूज भी कितने ना कितने खत्म हो जाते हैं। तो वो स्टार सिस्टम की जो अपील है, वो स्टार
ਜਿਸ ਪ੍ਰਕਾਰ ਨਾਲ ਆਪਣੀ ਅਪੀਲ ਨੂੰ ਯੂਥ ਤੱਕ ਲੈ ਕੇ ਜਾ ਸਕਦਾ ਹੈ, ਉਸ ਹਿਸਾਬ ਨਾਲ ਮੂਵੀਜ਼ ਜਿਹੜੀਆਂ ਸੀ ਫਿਰ ਬਣਨ ਲੱਗ ਪਈਆਂ। ਪ੍ਰੋਡਕਸ਼ਨ ਹਾਊਸਿਸ ਦਾ ਹਾਵੀ ਹੋਣਾ ਕਿਤੇ ਨਾ ਕਿਤੇ ਉਹ ਘਟ ਗਿਆ ਸੀਗਾ। ਮੈਂ ਇਹ ਨਹੀਂ ਕਹੂੰਗਾ ਕਿ ਬਿਲਕੁਲ ਖਤਮ ਹੋ ਗਿਆ ਸੀਗਾ, ਉਹ ਘਟ ਗਿਆ ਸੀਗਾ। ਸੰਗੀਤ ਇੱਕ ਪਾਵਰਫੁਲ ਫੋਰਸ ਬਣਿਆ, ਮਿਊਜ਼ਿਕ ਇੱਕ ਪਾਵਰਫੁਲ ਫੋਰਸ ਬਣਿਆ 60s ਦੇ ਆਉਂਦੇ ਆਉਂਦੇ। ਕੋਈ ਸ਼ੱਕ ਨਹੀਂ ਹੈ ਕਿ 50s ਦੇ ਵਿੱਚ ਵੀ ਇੱਕ ਪਾਵਰਫੁਲ ਸੋਰਸ ਸੀਗਾ, ਲੇਕਿਨ ਉਦੋਂ ਨਾਮ ਤੇ ਵਿਕ ਜਾਣ ਜਾਂ ਡੋਮੀਨੇਟ ਕਰ ਜਾਏ ਇਹ ਨਹੀਂ ਹੁੰਦਾ ਸੀਗਾ। ਲੇਕਿਨ 60 ਦੇ ਦਹਾਕੇ ਦੇ ਵਿੱਚ ਮਿਊਜ਼ਿਕ ਕੰਪਨੀਜ਼ ਦੀ ਡੋਮੀਨੈਂਸ ਇੰਨੀ ਵੱਧ ਗਈ ਕਿ ਯੂਥ ਕਿਤੇ ਨਾ ਕਿਤੇ ਉਹਦੇ ਮਿਊਜ਼ਿਕ ਨਾਲ ਪਹਿਲਾਂ ਆਇਡੈਂਟੀਫਾਈ ਕਰਨ ਲੱਗ ਪਿਆ। ਕੰਟੈਂਟ ਜਿਹੜਾ ਸੀਗਾ ਉਹ ਵੀ ਬੈਕਫੁੱਟ ਤੇ ਚਲਾ ਗਿਆ। ਬਹੁਤ ਸਾਰੇ ਐਗਜ਼ਾਮਪਲਸ ਇਹਦੇ ਵਿੱਚ ਲਈਆਂ ਜਾ ਸਕਦੀਆਂ ਹੈ। ਮੁਝੇ ਜੀਨੇ ਦੋ ਹੈ, ਗੰਗਾ ਜਮਨਾ, ਮਧੂਮਤੀ ਹੈ, ਬੰਦਨੀ ਹੈ, ਨया ਦੌਰ ਹੈ, ਉਪਕਾਰ ਹੈ। ਇਹਦਾ ਆਪਾਂ ਕੰਟੈਂਟ ਵੇਖੀਏ, ਇਹਦਾ ਆਪਾਂ ਮਿਊਜ਼ਿਕ ਵੇਖੀਏ ਤੇ ਕਿਤੇ ਨਾ ਕਿਤੇ ਸਾਨੂੰ ਇਹ ਲੱਗੇਗਾ ਕਿ ਮਿਊਜ਼ਿਕ ਹੈਜ਼ ਡਿਸਾਈਡਿੰਗ ਫੈਕਟਰ ਟੂ ਸੈਲ these movies। ਬਾਕੀ ਚੀਜ਼ਾਂ ਸੀਗੀਆਂ ਬਟ ਇਹ ਚੀਜ਼ ਜਿਹੜੀ ਹੈ ਇਹ ਦੇਖਣ ਤੇ ਤੇ 50 ਦਾ ਸਿਨੇਮਾ, 50 ਦੇ ਦਹਾਕੇ ਦਾ ਸਿਨੇਮਾ, 60 ਦੇ ਦਹਾਕੇ ਦਾ ਸਿਨੇਮਾ ਇਸ ਪ੍ਰਕਾਰ ਆਪਣਾ ਸਫ਼ਰ ਕਰ ਰਿਹਾ ਸੀ। ਰਾਈਟ, ਮਤਲਬ ਡਾਈਵਰਟ ਹੋ ਗਿਆ ਮਿਊਜ਼ਿਕ, ਐਂਟਰਟੇਨਮੈਂਟ, ਫੈਂਟੇਸੀ, ਇਮੈਜੀਨੇਸ਼ਨ, ਸੁਪਨਿਆਂ ਦਾ ਸੰਸਾਰ ਜੋ ਸੱਚਾਈ ਤੋਂ ਕਿਤੇ ਦੂਰ ਹੈ, ਔਰ ਉਸ ਚੀਜ਼ ਦੇ ਵਿੱਚ ਲੈ ਕੇ ਜਾਣ ਲੱਗ ਪਏ। ਫਿਲਮ ਮੇਕਰ ਇੱਕ ਨਵੀਂ ਜਰਨੀ ਸਟਾਰਟ ਕਰ ਦਿੱਤੀ ਕਿਉਂਕਿ ਬਿਜ਼ਨਸ ਬਣ ਗਿਆ ਸਭ ਕੁਝ, ਪੈਸਾ ਕਮਾਉਣਾ ਮੁੱਖ ਮੰਤਵ ਬਣ ਗਿਆ ਸੀ, ਟਾਰਗੇਟ ਬਣ ਗਿਆ ਸੀ। ਸੋ ਹੌਲੀ ਹੌਲੀ ਆਪਾਂ ਉਸ ਤੋਂ ਡਾਈਵਰਟ ਹੋ ਕੇ, ਮੁੱਦਿਆਂ ਤੋਂ ਡਾਈਵਰਟ ਹੋ ਕੇ, ਇਸ਼ੂਜ਼ ਤੋਂ ਡਾਈਵਰਟ ਹੋ ਕੇ, ਜੋ ਯੂਥ ਦੇ ਇਸ਼ੂ ਸੀ, ਯੂਥ ਨੂੰ ਕਿਸੇ ਹੋਰ ਰਾਹ ਤੇ ਲੈ ਕੇ ਤੁਰ ਪਏ, ਨਵੀਂ ਰਾਹ ਤੇ ਲੈ ਕੇ ਤੁਰ ਪਏ। ਫੈਂਟੇਸੀ, ਸੁਪਨਿਆਂ ਦਾ ਸੰਸਾਰ, ਸੱਚਾਈ ਤੋਂ ਦੂਰ। ਓਕੇ, ਸੋ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜੇ ਇਹ 50s ਤੇ 60 ਦੇ ਵਿੱਚ ਤੁਸੀਂ ਗੱਲ ਕੀਤੀ ਹੈ ਗੁਰੂ ਦੱਤ ਜੀ ਦੀ, ਤੁਸੀਂ ਗੱਲ ਕੀਤੀ ਹੈ ਰਾਜ ਕਪੂਰ ਜੀ ਦੀ, ਔਰ ਰਾਜ ਕਪੂਰ ਜੀ ਦੀ ਫਿਲਮ ਜਿਹੜੀ ਹੈ ਸ਼੍ਰੀ 420 ਅਨਇੰਪਲੋਇਮੈਂਟ ਦੇ ਉੱਤੇ ਹੈ, ਆਵਾਰਾ। ਔਰ ਆਵਾਰਾ ਦੇ ਗੀਤ ਰਸ਼ੀਆ ਦੇ ਵਿੱਚ ਬੜੇ ਪਪੂਲਰ ਹੋਏ ਨੇ। ਸ਼੍ਰੀ 420 ਦੇ ਵੀ ਸਾਡੇ ਰਾਜ ਕਪੂਰ ਜੀ ਦੇ ਗੀਤ ਰਸ਼ੀਆ ਦੇ ਵਿੱਚ ਬੜੇ ਪਪੂਲਰ ਹੋਏ। ਔਰ ਇੱਕ ਸੌਫਟ ਪਾਵਰ ਸਿਨੇਮਾ ਨੇ ਹਮੇਸ਼ਾ ਯੂਜ਼ ਕੀਤੀ ਰਸ਼ੀਆ ਦੇ ਨਾਲ ਆਪਣੀ ਫੋਰਨ ਪਾਲਿਸੀ ਡਿਜ਼ਾਈਨ ਕਰਨ ਦੇ ਵਿੱਚ। ਦੈਟ ਇਜ਼ ਵੰਡਰਫੁਲੀ ਗੁੱਡ। ਸੋ ਜਦੋਂ ਅਸੀਂ ਆਵਾਰਾ ਦੀ ਔਰ ਸ਼੍ਰੀ 420 ਦੀ ਗੱਲ ਕਰਦੇ ਹਾਂ, ਕੁਝ ਨਵੇਂ ਗੀਤ ਬਣਨੇ ਸ਼ੁਰੂ ਹੋ ਗਏ। गर्दिश में हो तारे, ना घबराना प्यारे, तुम जो हिम्मत ना हारे तो होंगे वारे न्यारे। सो इस तरह के गीत भी आउंदे सीगे। सो ਅਸੀਂ ਗੱਲ ਕਰਾਂਗੇ ਪਾਰਟਿਕੂਲਰਲੀ ਆਵਾਰਾ ਔਰ ਸ਼੍ਰੀ 420 ਦੀ। ਔਰ ਰਾਜ ਕਪੂਰ ਜੀ ਦੀ ਜਿਹੜੀ ਇਮੇਜ ਹੈ ਉਹ ਚਾਰਲੀ ਚੈਪਲਿਨ ਤੋਂ ਲੈ ਕੇ ਉਹਨਾਂ ਨੇ ਆਵਾਰਾ ਦੀ ਬਣਾਈ, ਟਰੰਪ ਦੀ ਬਣਾਈ। ਸੋ ਉਹ ਜਿਹੜੀ ਇਮੇਜ ਹੈ ਉਸ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਪ੍ਰਯੋਗ ਕੀਤਾ ਹੈ ਸਕਰੀਨ ਦੇ ਉੱਤੇ। ਸੋ ਟੈਲ ਅਸ ਅਬਾਊਟ ਰਾਜ ਕਪੂਰਸ ਐਕਸਪੈਰੀਮੈਂਟ। ਔਰ ਉਹ ਹਮੇਸ਼ਾ ਨਵੇਂ ਇਸ਼ੂਜ਼ ਲੈ ਕੇ ਆਉਂਦੇ ਸੀ ਯੂਥ ਦੇ ਨਾਲ ਰਿਲੇਟਡ। ਵੀ ਸ਼ੁੱਡ ਸਟਾਰਟ ਵਿਦ ਆਵਾਰਾ ਐਂਡ ਦੈਨ ਸ਼੍ਰੀ 420, ਮਿਸਟਰ 420। ਬਿਲਕੁਲ ਸਹੀ ਗੱਲ ਹੈ। ਮੈਂ ਰਾਜ ਕਪੂਰ ਜੀ ਦੇ ਸਿਨੇਮਾ ਤੋਂ ਮੈਂ ਖੁਦ ਬੜਾ ਪ੍ਰਭਾਵਿਤ ਹਾਂ। ਪਹਿਲਾਂ ਮੈਂ ਹੀ ਪ੍ਰਭਾਵਿਤ ਨਹੀਂ, ਕਿਉਂਕਿ ਉਹਨਾਂ ਦੀ ਛਾਪ ਇਸ ਪ੍ਰਕਾਰ ਰਹੀ ਹੈ 1950 ਦੇ ਦਹਾਕੇ ਤੋਂ ਲੈ ਕੇ 1980s ਤੱਕ ਜਦੋਂ ਮੂਵੀਜ਼ ਬਣਾਉਂਦੇ ਰਹੇ ਹੈ ਤਿਲ ਰਾਮ ਤੇਰੀ ਗੰਗਾ ਮੈਲੀ, ਕਿ ਉਹ ਸਿਰਫ ਕਮਰਸ਼ੀਅਲੀ ਹੀ ਸਕਸੈਸਫੁਲ ਨਹੀਂ ਸੀਗੇ। ਨੰਬਰ 1 to 10 ਉਹਨਾਂ ਦਾ ਪ੍ਰੋਡਕਸ਼ਨ ਹਾਊਸ ਹੀ ਨਹੀਂ ਹੁੰਦਾ ਸੀ ਜਦੋਂ ਮੂਵੀ ਰਿਲੀਜ਼ ਹੁੰਦੀ ਹੈ। ਉਹਦੇ ਨਾਲ ਕ੍ਰਿਟਿਕਸ ਵੀ ਉਹਨਾਂ ਨੂੰ ਬਹੁਤ ਲਾਈਕ ਕਰਦੇ ਸੀਗੇ। ਇੱਕ ਇਹੋ ਜਿਹਾ ਪ੍ਰੋਡਕਸ਼ਨ ਹਾਊਸ ਸੀਗਾ RK ਫਿਲਮਸ, ਜਿਸ ਦੀ ਫਿਲਮ ਦਾ ਇੰਤਜ਼ਾਰ, ਜਿਸ ਦੇ ਸਿਨੇਮਾ ਦਾ ਇੰਤਜ਼ਾਰ ਸਾਰਿਆਂ ਨੂੰ ਹੁੰਦਾ ਸੀਗਾ। ਤੇ ਇਹ ਇੰਤਜ਼ਾਰ ਇਸੇ ਕਰਕੇ ਹੁੰਦਾ ਹੈ ਕਿਉਂਕਿ ਇਸ ਪ੍ਰਕਾਰ ਦੇ ਸਿਨੇਮਾ ਦੇ ਵਿੱਚ ਐਂਟਰਟੇਨਮੈਂਟ ਦੇ ਨਾਲ ਐਸਥੈਟਿਕਸ ਵੈਲਿਊ ਬਹੁਤ ਸੀਗੀਆਂ ਤੇ ਐਸਥੈਟਿਕ ਵੈਲਿਊ ਦੇ ਨਾਲ ਮੈਸੇਜ ਵੀ ਕਿਤੇ ਨਾ ਕਿਤੇ ਹੁੰਦਾ ਸੀਗਾ। ਤੁਸੀਂ ਸਪੈਸ਼ਲੀ ਰੇਜ਼ ਕੀਤਾ ਹੈ ਉਹਦੇ ਨਾਲ ਦੀ ਚਾਰਲੀ ਚੈਪਲਿਨ ਦੀ ਇਮੇਜ, ਇੱਕ ਟਰੰਪ ਦੀ ਇਮੇਜ ਜੋ ਬਣਾ ਰਹੇ, ਟਰੰਪ ਦੀ ਇਮੇਜ ਬਣਾ ਰਹੇ ਨੇ ਤੇ ਉਹਦਾ ਮੈਸੇਜ ਦੇ ਰਹੇ ਨੇ। ਉਹਦੇ ਤੇ ਜ਼ਰੂਰ ਮੈਂ ਗੱਲ ਕਰਾਂਗਾ। ਰੂਸ ਵਿੱਚ ਬਹੁਤ ਪਪੂਲਰ ਹੋਏ ਹੈ। ਉਹਦੇ ਪਿੱਛੇ ਇੱਕ ਬੜਾ ਸਿੰਪਲ ਜਿਹਾ ਕਾਰਨ ਸੀਗਾ ਕਿ ਜੋ ਰਸ਼ੀਆ ਦੀ ਪੋਲੀਟੀਕਲ ਆਈਡੀਓਲੋਜੀ ਸੀਗੀ, ਜਦੋਂ ਰਾਜ ਕਪੂਰ ਆਮ ਆਦਮੀ ਦੀ ਗੱਲ ਕਰਦੇ ਸੀਗੇ, ਉਹ ਪੋਲੀਟੀਕਲ ਆਈਡੀਓਲੋਜੀ ਕਿਤੇ ਨਾ ਕਿਤੇ ਰਾਜ ਕਪੂਰ ਦੀ ਆਈਡੀਓਲੋਜੀ ਦੇ ਨਾਲ ਮੇਲ ਖਾ ਜਾਂਦੀ ਸੀਗੀ। ਮਾਨਵਤਾ ਦੀ ਜਾਂ ਮਨੁੱਖਤਾ ਦੀ ਜਿਹੜੀ ਆਈਡੀਓਲੋਜੀ ਹੈ, ਜਾਂ ਮਾਰਕਸਿਜ਼ਮ ਦਾ, ਮਾਰਕਸਵਾਦ ਦਾ ਪੁੱਤ ਕਹਿ ਸਕਦੇ ਹਾਂ, ਜਦੋਂ ਉਹਦੇ ਵਿੱਚ ਆ ਜਾਂਦਾ ਸੀਗਾ ਤੇ ਜਦੋਂ ਉਹ ਮੇਲ ਖਾਂਦਾ ਸੀਗਾ, ਉਹ ਇਸ਼ੂਜ਼ ਕਾਮਨ ਮੈਨ ਦੇ ਉਠਾਏ ਜਾਂਦੇ ਸੀਗੇ ਤਾਂ ਉਹ ਰਸ਼ੀਅਨਸ ਨੂੰ ਬਹੁਤ ਅਪੀਲ ਕਰ ਦਿੰਦੇ ਸੀਗੇ ਉਸ ਜ਼ਮਾਨੇ ਦੇ ਵਿੱਚ। ਰਾਈਟ। ਤੇ RK ਫਿਲਮਸ ਸ਼ੁਰੂ ਤਾਂ ਆਗ ਤੋਂ ਕਰ ਰਿਹਾ ਹੈ, ਲੇਕਿਨ ਪਪੂਲੈਰਿਟੀ ਉਹਨਾਂ ਨੂੰ ਆਵਾਰਾ ਤੋਂ ਮਿਲ ਰਹੀ ਹੈ। ਤੇ ਚਾਰਲੀ ਚੈਪਲਿਨ ਦੀ ਇਮੇਜ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਉਹ ਟ੍ਰੈਂਡ ਵੀ ਅਸੀਂ ਆਵਾਰਾ ਤੋਂ ਹੀ ਵੇਖਾਂਗੇ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਉਹਨਾਂ ਦੀ ਪ੍ਰੋਡਕਸ਼ਨ ਹਾਊਸ ਦੀ ਜਿਹੜੀ ਮੂਵੀ ਆਗ ਹੈ,
ਤੇ ਉਹਦੇ ਵਿੱਚ ਇਹ ਟ੍ਰੈਂਡ ਵੇਖਣ ਨੂੰ ਨਹੀਂ ਮਿਲਿਆ ਸੀ। ਬਰਸਾਤ ਵਿੱਚ ਵੀ ਇਹ ਟ੍ਰੈਂਡ ਵੇਖਣ ਨੂੰ ਨਹੀਂ ਮਿਲਿਆ ਸੀਗਾ, ਕਿਉਂਕਿ ਉਹ ਇੱਕ ਐਸਕੇਪਿਜ਼ਮ ਦੀ ਮੂਵੀਜ਼ ਆਪਾਂ ਉਹਨੂੰ ਕਹਿ ਸਕਦੇ ਹਾਂ। ਇੱਕ ਅਵਾਰਾ ਤੇ ਸ਼੍ਰੀ 420 ਸਪੈਸੀਫਿਕਲੀ 1950 ਦੇ ਦਹਾਕੇ ਦੇ ਵਿੱਚ ਐਸੇ ਸ਼ਾਹਕਾਰ ਸੀਗੇ ਜਿਹੜੇ ਕਿ ਮੈਸੇਜ ਓਰੀਐਂਟਡ ਸੀਗੇ, ਤੇ ਉਹ ਮੈਸੇਜ ਦੇਣ ਲਈ ਹੀ ਚਾਰਲੀ ਚੈਪਲਿਨ ਦੀ ਇਮੇਜ ਜਿਹੜੀ ਹੈ ਉਹ ਰਾਜ ਕਪੂਰ ਸਾਹਿਬ ਨੇ ਅਡਾਪਟ ਕੀਤੀ। ਬਹੁਤ ਪ੍ਰਭਾਵਿਤ ਸੀਗੇ, ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਹੈ। ਉਹ ਇਮੇਜ ਕੀ ਹੈ ਕਿ ਇੱਕ ਵਿਅੰਗਾਤਮਕ ਤਰੀਕੇ ਦੇ ਨਾਲ, ਇੱਕ ਸਟਾਇਰ ਦੇ ਨਾਲ ਸਮਾਜ ਦੇ ਵਿੱਚ ਆਪਣਾ ਮੈਸੇਜ ਦੇਣਾ ਹੈ, ਲੇਕਿਨ ਆਪਣਾ ਫੇਸ ਜਿਹੜਾ ਹੈ ਉਹ ਸਮਾਈਲਿੰਗ ਰੱਖਣਾ ਹੈ, ਉਹ ਮੁਸਕਰਾਉਂਦਾ ਹੋਇਆ ਰੱਖਣਾ ਹੈ। ਇਹ ਹਰ ਕੋਈ ਨਹੀਂ ਕਰ ਪਾਇਆ। ਚਾਰਲੀ ਚੈਪਲਿਨ ਜਿਨ੍ਹਾਂ ਨੇ ਸਿਟੀ ਲਾਈਟਸ, ਦ ਗ੍ਰੇਟ ਡਿਕਟੇਟਰ, ਗੋਲਡ ਰਸ਼ ਵਰਗੀਆਂ ਮੂਵੀਜ਼ ਨਾਲੋਂ ਪਪੂਲਰ ਹੋਏ ਹੈ, ਲੋਕਪ੍ਰਿਯ ਹੋਏ ਹੈ ਪੱਛਮੀ ਜਗਤ ਦੇ ਵਿੱਚ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਇਹ ਇਮੇਜ ਬਣਾਈ ਗਈ। ਕੁਛ ਮੈਂ ਗੱਲਾਂ ਹੋਰ ਦਰਸ਼ਕਾਂ ਨੂੰ ਇਹਦੇ ਵਿੱਚ ਨਾਲ ਦੱਸਣਾ ਚਾਹੁੰਦਾ ਕਿ ਰਾਜ ਕਪੂਰ ਸਾਹਿਬ ਪਹਿਲੇ ਇਹ ਚੀਜ਼ ਕਰ ਰਹੇ ਹੋਣ, ਉਹ ਚੀਜ਼ ਨਹੀਂ ਸੀ। ਉਹ ਦਿਖ ਰਹੇ ਹੈ, ਉਹਨਾਂ ਦਾ ਨਾਮ ਦਿਖ ਰਿਹਾ ਹੈ, ਲੇਕਿਨ ਖਵਾਜਾ ਅਹਿਮਦ ਅੱਬਾਸ ਇੱਕ ਰਾਈਟਰ ਵੀ ਹੋਏ ਨੇ, ਇੱਕ ਸਕ੍ਰਿਪਟ ਰਾਈਟਰ ਵੀ ਹੋਏ ਨੇ, ਸਟੋਰੀ ਰਾਈਟਰ ਵੀ ਨੇ, ਇੱਕ ਆਈਡੀਓਲੌਗ ਵੀ ਹੋਏ ਹੈ, ਜਿਹੜੇ ਕਿ ਮਾਰਕਸਵਾਦ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ। ਉਹ ਉਹਨਾਂ ਨਾਲ ਕੋਲੈਬੋਰੇਟ ਕਰਦੇ ਸੀ। ਇਹ ਕੋਲੈਬੋਰੇਸ਼ਨ ਇੱਕ ਬਹੁਤ ਅਜੀਬ ਵੀ ਅਸੀਂ ਕਹਿ ਸਕਦੇ ਹਾਂ ਤੇ ਬੜੀ ਚੰਗੀ ਕੋਲੈਬੋਰੇਸ਼ਨ ਸੀ ਕਿ ਕਿਤੇ ਤਾਂ ਇੱਕ ਪਿਓਰ ਐਂਟਰਟੇਨਰ ਹੈ ਰਾਜ ਕਪੂਰ ਵਰਗਾ, ਤੇ ਕਿਤੇ ਉਹਨਾਂ ਦੀ ਕੋਲੈਬੋਰੇਸ਼ਨ ਹੋ ਰਹੀ ਹੈ ਖਵਾਜਾ ਅਹਿਮਦ ਅੱਬਾਸ ਸਾਹਿਬ ਨਾਲ, ਜਿਹੜੇ ਕਿ ਆਈਡੀਓਲੌਗ ਨੇ ਤੇ ਆਪਣੇ ਵਿਚਾਰਾਂ ਲਈ ਉਹ ਜਾਣੇ ਜਾਂਦੇ ਸੀਗੇ ਕਿ ਅਡਿਕ ਸੀਗੇ, ਟਸ ਤੋਂ ਮਸ ਨਹੀਂ ਹੁੰਦੇ ਸੀਗੇ। ਪਰ ਇਹ ਕੋਲੈਬੋਰੇਸ਼ਨ ਨੇ ਪੂਰੇ ਸਿਨੇਮਾ ਜਗਤ ਦੇ ਵਿੱਚ ਰੰਗ ਲਿਆਇਆ, ਅਵਾਰਾ ਵਰਗਾ ਸ਼ਾਹਕਾਰ ਬਣਦਾ। ਤੇ ਕਲਾਈਮੈਕਸ ਸੀਨ ਅਸੀਂ ਦੇਖ ਲਈਏ, ਅਵਾਰਾ ਦਾ ਕੋਰਟਰੂਮ ਸੀਨ ਹੈ ਜਿਹੜਾ ਕਿ ਅਵਾਰਾ ਦਾ, ਉਹ ਡਾਇਰੈਕਟਲੀ ਚਾਰਲੀ ਚੈਪਲਿਨ ਦੀ ਇੱਕ ਸਪੀਚ ਹੈ, ਮੌਨਸੀਅਰ ਵਰਡਿਓ ਦੀ ਸਪੀਚ ਹੈ, ਜਿੱਥੇ ਉਹ ਦਰਸਾਉਣਾ ਚਾਹੁੰਦੇ ਹੈ ਇੱਕ ਤਰ੍ਹਾਂ ਬੇਸਿਕਲੀ ਕਿ ਕਿਵੇਂ ਸਮਾਜ ਦੇ ਵਿੱਚ ਕ੍ਰਿਮੀਨਲਸ ਪੈਦਾ ਹੁੰਦੇ ਨੇ, ਉੱਥੋਂ ਪ੍ਰਭਾਵਿਤ ਹੋ ਕੇ ਹੈ। ਅਵਾਰਾ ਦੇ ਵਿੱਚ ਵੀ ਤੇ ਸ਼੍ਰੀ 420 ਦੇ ਵਿੱਚ ਵੀ ਸਟਾਰਟਿੰਗ ਦੇ ਵਿੱਚ ਗੈਸ ਲੈਂਪ ਪੋਸਟ ਦੇ ਸੀਨਸ ਆਉਂਦੇ ਨੇ, ਉਹ ਮੂਵੀ ਦਾ ਕਿਡ ਤੋਂ ਪ੍ਰਭਾਵਿਤ ਹੈ, ਸਿਟੀ ਲਾਈਟਸ ਤੋਂ ਪ੍ਰਭਾਵਿਤ ਹੈ, ਜੋ ਕਿ ਚਾਰਲੀ ਚੈਪਲਿਨ ਦੇ ਸ਼ਾਹਕਾਰ ਨੇ। ਚਾਰਲੀ ਚੈਪਲਿਨ ਦਾ ਪ੍ਰਭਾਵ ਹੈ, ਨਾਲ ਨਾਲ ਔਰਸਨ ਵੈਲਸ ਦਾ ਪ੍ਰਭਾਵ ਵੀ ਰਾਜ ਕਪੂਰ ਤੇ ਹੈ, ਇਕੱਲਾ ਚੈਪਲਿਨ ਦਾ ਨਹੀਂ ਹੈ। ਲੇਕਿਨ ਇਮੇਜ ਜਿਹੜੀ ਦਰਸ਼ਕਾਂ ਦੇ ਮਨ ਵਿੱਚ ਯਾਦ ਰਹੀ ਉਹ ਚਾਰਲੀ ਚੈਪਲਿਨ ਦੀ ਹੈ, ਕਿਉਂਕਿ ਚਾਰਲੀ ਚੈਪਲਿਨ ਪਰਦੇ ਤੇ ਦਿਖ ਜਾਂਦੇ ਸੀਗੇ, ਔਰਸਨ ਵੈਲਸ ਪਰਦੇ ਦੇ ਪਿੱਛੇ ਰਹਿੰਦੇ ਸੀਗੇ। ਦ ਗੋਲਡ ਰਸ਼ ਚਾਰਲੀ ਚੈਪਲਿਨ ਦੀ ਜੋ ਮੂਵੀ ਹੈ ਉਹਦੀ ਸਿਮਿਲੈਰਿਟੀ ਅਸੀਂ ਜਾਗਤੇ ਰਹੋ ਨਾਲ ਕਰ ਸਕਦੇ ਹਾਂ। ਜਾਗਤੇ ਰਹੋ ਜਿਸਨੂੰ ਕਿਹਾ ਜਾਂਦਾ ਹੈ ਕਿ ਇੱਕ ਆਰਟ ਮੂਵੀ ਰਾਜ ਕਪੂਰ ਸਾਹਿਬ ਨੇ ਬਣਾਈ, ਜੋ ਕਿ ਇੱਕ ਬੰਗਾਲੀ ਨਾਟਕ ਤੇ ਆਧਾਰਿਤ ਸੀ, ਇੱਕ ਰਾਤ ਦੀ ਸਟੋਰੀ ਹੈ। ਤੇ ਕਿਸ ਪ੍ਰਕਾਰ ਇਨਸਾਨ, ਇੱਕ ਵਿਅਕਤੀ ਲਾਲਚ ਵਿੱਚ ਅੰਨਾ ਹੋ ਗਿਆ, ਉਹ ਅੰਨਾ ਹੋ ਕੇ ਕੀ ਕੀ ਕਰ ਸਕਦਾ ਹੈ ਤੇ ਉਹਦੀ ਸੋਚ ਕਿੱਥੇ ਕਿੱਥੇ ਜਾ ਸਕਦੀ ਹੈ। ਇੱਕ ਸਿਮਿਲੈਰਿਟੀ ਚੈਪਲਿਨ ਸਾਹਿਬ ਰਾਜ ਕਪੂਰ ਸਾਹਿਬ ਦੀ ਮੂਵੀ ਦੇ ਵਿੱਚ ਹੈ। Right. A dog's life ਇਨਸਾਨ ਦੀ ਲਾਈਫ ਨੂੰ ਮੈਟਾਫੋਰ ਬਣਾਉਂਦੇ ਹੈ ਇੱਕ ਇਮਾਨਦਾਰ ਆਦਮੀ ਦੀ ਜ਼ਿੰਦਗੀ ਦਾ। ਇੱਕ ਇਮਾਨਦਾਰ ਆਦਮੀ ਦੀ ਜ਼ਿੰਦਗੀ ਵੀ ਇੱਕ ਕੁੱਤੇ ਦੀ ਜ਼ਿੰਦਗੀ ਵਾਂਗੀ ਹੁੰਦੀ ਹੈ। ਅਵਾਰਾ ਵਿੱਚ ਵੀ ਇਹ ਸ਼ੋਅ ਕੀਤਾ ਹੈ, ਸ਼੍ਰੀ 420 ਦੇ ਵਿੱਚ ਵੀ ਇਹ ਸ਼ੋਅ ਹੋ ਰਿਹਾ ਹੈ। ਇੰਸਪੀਰੇਸ਼ਨ ਸਾਨੂੰ ਫਿਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਚੈਪਲਿਨ ਤੋਂ ਉਹਨਾਂ ਤੋਂ ਮਿਲ ਰਹੀ ਹੈ। ਸੋ ਚੈਪਲਿਨ ਤੋਂ ਪ੍ਰਭਾਵਿਤ ਹੋ ਕੇ ਕੋਈ ਹੋਰ ਫਿਲਮਕਾਰ ਇਸ ਪ੍ਰਕਾਰ ਦੀ ਰਚਨਾਵਾਂ ਨਹੀਂ ਰਚ ਸਕਿਆ। ਯੈਸ, ਸੋ ਔਰਸਨ ਦੀ ਉਹ ਮੂਵੀ ਹੈ ਨਾ ਸਿਟੀਜ਼ਨ ਕੇਨ, ਉਹ ਵੀ ਬਹੁਤ ਜ਼ਿਆਦਾ ਪਪੂਲਰ ਰਹੀ ਹੈ। ਦੈਟ ਇਜ਼ ਅ ਵੰਡਰਫੁਲ ਕਲਾਸਿਕ। ਸੋ ਟਾਈਮ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਅਸੀਂ ਅੱਗੇ ਸ਼ਿਫਟ ਕਰਦੇ ਹਾਂ, ਬਿਕੋਜ਼ ਆਪਣੇ ਕੋਲ ਟਾਈਮ ਵੀ ਫਰੇਮ ਕਰਕੇ ਚੱਲਣਾ ਹੈ, ਬਿਕੋਜ਼ ਸਿਨੇਮਾ ਗੇਮ ਹੈ ਟਾਈਮਿੰਗ ਦੀ ਔਰ ਟਾਈਮ ਦੀ। ਸੋ ਟਾਈਮ ਔਰ ਟਾਈਮਿੰਗ ਦੋਵੇਂ ਚੱਲਣੇ ਚਾਹੀਦੇ ਨੇ। ਗੁਰੂ ਦੱਤ ਜੀ ਨੇ ਪਿਆਸਾ ਫਿਲਮ ਬਣਾਈ, ਜਿਨੇ ਨਾਜ਼ ਹੈ ਹਿੰਦ ਪਰ ਉਹ ਕਹਾਂ ਹੈ। ਸਿੱਧੀ ਚੋਟ ਸੀ ਗਵਰਨਮੈਂਟ ਦੇ ਉੱਤੇ, ਉਸ ਵਕਤ ਦੀ ਮੌਜੂਦਾ ਸਰਕਾਰ ਦੇ ਉੱਤੇ। ਸੋ ਇਹਦੇ ਬਾਰੇ ਇੱਕ ਬਰੀਫਿੰਗ, ਫਿਰ ਉਸ ਤੋਂ ਬਾਅਦ ਮਾਡਰਨ ਇਰਾ ਤੇ ਆਪਾਂ ਆਉਂਦੇ ਹਾਂ। ਸਰ, ਗੁਰੂ ਦੱਤ ਸਾਹਿਬ ਦੀ ਗੱਲ ਤੁਸੀਂ ਕੀਤੀ ਹੈ, ਤੇ ਗੁਰੂ ਦੱਤ ਸਾਹਿਬ ਇੱਕ ਇਹੋ ਜਿਹੀ ਫਿਲਮ ਕਰ ਰਹੇ ਹੈ, ਇੱਕ ਇਹੋ ਜਿਹੇ ਸ਼ਾਹਕਾਰ ਰਹੇ ਹੈ ਜਿਨ੍ਹਾਂ ਨੂੰ ਆਪਣੇ ਜ਼ਮਾਨੇ ਦੇ ਵਿੱਚ ਉਸ ਟਾਈਮ ਜਿਹੜਾ ਹੈ ਮੇਰਾ ਮੰਨ ਕੇ ਚੱਲਣਾ ਹੈ ਕਿ ਜਿਸ ਪ੍ਰਕਾਰ ਦੀ ਰੈਕੋਗਨੀਸ਼ਨ, ਜਿਸ ਪ੍ਰਕਾਰ ਦਾ ਉਹਨਾਂ ਨੂੰ ਮਿਲਣਾ ਚਾਹੀਦਾ ਸੀਗਾ, ਉਹ ਨਹੀਂ ਮਿਲਿਆ ਜੋ ਬਾਅਦ 'ਚ ਮਿਲਿਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਿਲਦਾ ਸੀਗਾ ਉਹਨਾਂ ਨੂੰ, ਲੇਕਿਨ ਬਾਅਦ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦੀ ਮੂਵੀਜ਼ ਜਿਹੜੀਆਂ ਹੈ ਉਹ ਕਲਾਸਿਕਸ ਡਿਕਲੇਅਰ ਕੀਤੀਆਂ ਗਈਆਂ। ਉਸ ਟਾਈਮ ਸ਼ਾਇਦ ਉਹ ਇੰਨੀ ਸਫਲਤਾ ਪ੍ਰਾਪਤ ਨਹੀਂ ਕਰ ਪਾਏ ਜਿਸ ਸਫਲਤਾ ਦਾ ਹੱਕ ਉਹਨਾਂ ਨੂੰ ਜਾਣਾ ਚਾਹੀਦਾ ਸੀਗਾ ਗੁਰੂ ਦੱਤ ਸਾਹਿਬ ਨੂੰ। ਪਿਆਸਾ, ਕਾਗਜ਼ ਕੇ ਫੂਲ, ਸਾਹਬ ਦਿਵੀ ਔਰ ਗੁਲਾਮ, ਉਹਨਾਂ ਦੀ 3 ਮੂਵੀਜ਼ ਐਸੀਆਂ ਨੇ ਜੋ ਸੋਸ਼ਲ ਇਸ਼ੂਜ਼ ਨੂੰ ਉਠਾਉਂਦੀਆਂ ਨੇ, ਲੇਕਿਨ ਯੂਥ ਨਾਲ ਡਾਇਰੈਕਟਲੀ ਜੋ ਰਿਲੇਟ ਕਿਤੇ ਨਾ ਕਿਤੇ ਮੂਵੀ ਕਰਦੀ ਹੈ ਪਿਆਸਾ ਹੈ।
ਅਨਐਮਪਲੋਇਮੈਂਟ ਦੀ ਗੱਲ ਹੋਈ ਹੈ, ਬੇਰੁਜ਼ਗਾਰੀ ਦੀ ਗੱਲ ਹੋਈ ਹੈ, ਬਿਲਕੁਲ ਹੋਈ ਹੈ ਜੀ। ਇਹਦੇ ਵਿੱਚ ਉਹਨਾਂ ਦਾ ਪ੍ਰੇਮ, ਉਹਨਾਂ ਦਾ ਪਿਆਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਗੁਰੂ ਦत्त ਸਾਹਿਬ ਦਾ ਇਸ ਮੂਵੀ ਵਿੱਚ ਦਿਖਾਇਆ ਹੈ ਕਿ ਉਹਨਾਂ ਨੂੰ ਛੱਡ ਕੇ ਚਲਾ ਜਾਂਦਾ ਹੈ ਜਸਟ ਬਿਕੋਜ਼ ਆਫ ਦਿਸ ਵਨ ਰੀਜ਼ਨ that he was unemployed। Sure। ਕੁਛ ਨਹੀਂ ਸੀ ਉਹਨਾਂ ਕੋਲ, ਜੌਬਲੈਸ ਸੀਗੇ। ਇੱਕ ਅਮੀਰ ਘਰਾਣੇ ਦੇ ਵਿੱਚ ਜੋ ਮੀਨਾ ਕਿਰਦਾਰ ਉਹ ਪਲੇ ਕੀਤਾ ਸੀ ਮਾਲਾ ਸਿਨਹਾ ਜੀ ਨੇ, ਉਹਨਾਂ ਦਾ ਮੈਰਿਜ ਜਿਹੜੀ ਹੈ ਉਹ ਹੋ ਜਾਂਦੀ ਹੈ। ਜਦੋਂ ਜੌਬ ਨਹੀਂ ਸੀ ਗੁਰੂ ਦत्त ਸਾਹਿਬ ਕੋਲ, ਇੱਕ ਕਵੀ ਦਿਖਾਏ ਗਏ ਹੈ, ਕਰੈਕਟਰ ਵਿਜੇ ਦਾ ਕਰੈਕਟਰ ਜਿਹੜਾ ਹੈ ਉਹ ਪਲੇ ਕਰ ਰਹੇ ਹੈ ਬੇਸਿਕਲੀ, ਤੇ ਉਹ ਉਹਨਾਂ ਦੀ ਪਰਸਨੈਲਿਟੀ ਵਿੱਚ ਝਲਕਦਾ ਹੈ। ਪਹਿਲੇ ਸੀਨ ਤੋਂ ਲੈ ਕੇ ਲਾਸਟ ਸੀਨ ਤੱਕ ਉਹ ਜਿਹੜੀ ਐਂਗੁਇਸ਼ ਆਪਾਂ ਕਹਿੰਦੇ ਹਾਂ ਜੋ ਯੂਥ ਦੇ ਵਿੱਚ ਅਕਸਰ ਵੇਖੀ ਜਾ ਸਕਦੀ ਹੈ, ਤੇ ਉਸ ਐਂਗੁਇਸ਼ ਨੂੰ ਤੁਸੀਂ ਅੱਜ ਵੇਖ ਲਓ ਤੇ ਪਹਿਲਾਂ ਵੇਖ ਲਓ, ਉਹ ਐਂਗੁਇਸ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਝਲਕ ਜਾਂਦੀ ਹੈ ਯੂਥ ਦੇ ਮਨ ਦੇ ਵਿੱਚ। ਉਹ ਐਂਗੁਇਸ਼ ਸਾਫ਼ ਨਜ਼ਰ ਆ ਰਹੀ ਸੀ ਪਿਆਸਾ ਦੇ ਵਿੱਚ, ਤੇ ਉਹ ਉਹਨਾਂ ਦੀ ਐਂਗੁਇਸ਼ ਜਿਹੜੀ ਹੈ, ਇੱਕ ਗੁੱਸਾ ਸਮਾਜ ਦੇ ਪ੍ਰਤੀ, ਇੱਕ ਗੁੱਸਾ ਸਾਡੇ ਰਹਿਨੁਮਾਵਾਂ ਦੇ ਪ੍ਰਤੀ ਜੋ ਸਾਨੂੰ ਲੀਡ ਕਰਦੇ ਨੇ, ਉਹ ਉਹਨਾਂ ਦੇ ਚਿਹਰੇ ਤੋਂ ਸਾਫ਼ ਜਿਹੜਾ ਹੈ ਉਹ ਪਿਆਸਾ ਦੇ ਵਿੱਚ ਦੇਖਣ ਨੂੰ ਮਿਲਦਾ। ਉਹਨਾਂ ਦੇ ਐਕਸਪ੍ਰੈਸ਼ਨ ਇਸ ਪ੍ਰਕਾਰ ਦੇ ਸੀਗੇ। 1950 ਦਾ ਦਹਾਕਾ ਇਸ ਹਿਸਾਬ ਨਾਲ ਤਾਂ ਗੋਲਡਨ ਪੀਰੀਅਡ ਬਿਲਕੁਲ ਨਹੀਂ ਸੀਗਾ ਕਿ ਸਾਡੇ ਦੇਸ਼ 'ਚ ਅਨਐਮਪਲੋਇਮੈਂਟ ਨਹੀਂ ਸੀ, ਬਹੁਤ ਸੀ। ਨਵੀਂ ਨਵੀਂ ਆਜ਼ਾਦੀ ਮਿਲੀ ਸੀਗੀ, ਯੂਥ ਦੇ ਐਸਪੀਰੇਸ਼ਨਸ ਬਹੁਤ ਸੀ, ਸੁਪਨੇ ਬਹੁਤ ਸੀ, ਲੇਕਿਨ ਉਸ ਟਾਈਮ ਦੀ ਸਰਕਾਰ ਵੀ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਾਂ ਸਫਲ ਨਹੀਂ ਹੋ ਪਾ ਰਹੀ ਸੀ ਨਾ। ਤਾਂ ਇਹ ਚੀਜ਼ ਜਿਹੜੀ ਹੈ ਬਹੁਤ ਘੱਟ ਫਿਲਮਕਾਰ ਸ਼ੋਅ ਕਰਨਾ ਚਾਹੁੰਦੇ ਸੀਗੇ, ਉਹਨਾਂ ਨੇ ਕੀਤਾ। ਬਹੁਤ ਐਗਜ਼ਾਮਪਲਸ ਹੈ ਪਿਆਸਾ ਦੇ ਵਿੱਚ। ਕੁਲੀ ਦਾ ਸੀਨ ਹੈ ਕਿ ਪੜ੍ਹੇ ਲਿਖੇ ਨੇ, ਜੌਬਲੈਸ ਹੈ, ਸਟੇਸ਼ਨ ਤੇ ਇੱਕ ਆਦਮੀ ਜਿਹੜਾ ਹੈ ਉਹ ਕੁਲੀ ਲੱਗ ਰਿਹਾ। ਗੁਰੂ ਦत्त ਸਾਹਿਬ ਆਫਰ ਕਰਦੇ ਆਪਣੇ ਆਪ ਨੂੰ ਕਿ ਮੈਂ ਕੁਲੀ ਦਾ ਕੰਮ ਕਰ ਲੈਣਾ, ਮੈਂ ਤੁਹਾਡਾ ਭਾਰ ਚੱਕ ਲੈਣਾ। ਤੇ ਇੱਕ स्टेटमेंट वो आदमी कहता है कि आजकल के पढ़े लिखे नौजवान भी कुलीगिरी करने लग पड़े हैं। तो की ये चीज़ रेलीवेंट नहीं है? ਅੱਜ ਵੀ ਰੈਲੀਵੈਂਟ ਹੈ। ਸਮਕਾਲੀ ਸਮਾਜ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਉਹ ਰੈਲੀਵੈਂਟ ਹੈ। ਆਪਾਂ ਇਹ ਨਹੀਂ ਕਹਿ ਸਕਦੇ ਜੋ 1950 ਦੇ ਦਹਾਕੇ ਦੇ ਵਿੱਚ ਗੱਲ ਸੀ ਉਹ ਅੱਜ ਕਿਤੇ ਖਤਮ ਹੋ ਗਈ ਹੈ। ਬਿਲਕੁਲ ਖਤਮ ਨਹੀਂ ਹੋਈ ਹੈ, ਉਹ ਚੀਜ਼ ਚਲੀ ਆ ਰਹੀ ਹੈ। ਪਹਿਲਾਂ ਹੋ ਸਕਦਾ ਹੈ ਘੱਟ ਹੋਵੇ, ਅੱਜ ਜ਼ਿਆਦਾ ਹੋਵੇ, ਲੇਕਿਨ ਇਹ ਸੈਂਸੀਬਿਲਿਟੀ, ਇਹ ਸੈਂਸਿਟੀਵਿਟੀ ਜਿਸ ਪ੍ਰਕਾਰ ਨਾਲ ਇਸ ਨੂੰ ਪੋਰਟਰੇ ਕੀਤਾ ਜਾਂਦਾ ਸੀਗਾ ਉਹ ਅੱਜ ਸ਼ਾਇਦ ਨਹੀਂ ਹੈ। ਕਲਾਸ ਸਟਰਗਲ ਦੀ ਗੱਲ ਕਰੀਏ, ਕਲਾਸ ਸਟਰਗਲ, ਵਰਕ ਸੰਘਰਸ਼ ਜੋ ਹੁੰਦਾ ਹੈ ਉਹ ਹਰ ਯੂਥ ਨਾਲ, ਹਰ ਨੌਜਵਾਨ ਦੇ ਨਾਲ ਜੁੜਿਆ ਹੀ ਹੁੰਦਾ ਹੈ। ਇਸਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ, ਉਸਦੇ ਉਹ ਸਬ ਕੌਨਸ਼ੀਅਸ ਮਾਈਂਡ ਵਿੱਚ ਹੁੰਦਾ ਹੈ। ਤੇ ਪਿਆਸਾ ਦੇ ਵਿੱਚ ਜੋ ਰਿਲੇਸ਼ਨਸ ਦਿਖਾਏ ਗਏ ਹੈ ਵਿਜੇ ਦੇ, ਜੋ ਗੁਰੂ ਦत्त ਸਾਹਿਬ ਨੇ ਪੋਰਟਰੇ ਕੀਤਾ ਹੈ ਕਿਰਦਾਰ, ਗੁਲਾਬੋ ਦੇ ਨਾਲ ਜੋ ਵਿਜੇ ਰਹਿਮਾਨ ਜੀ ਨੇ ਪੋਰਟਰੇ ਕੀਤਾ ਹੈ, ਅਬਦੁਲ ਸੱਤਾਰ ਦੇ ਨਾਲ ਜੌਨੀ ਵਾਕਰ ਨੇ ਪਲੇ ਕੀਤਾ ਹੈ। ਉਹ ਇਸੇ ਕਰਕੇ ਆਪਣਾ ਜੁੜਾਵ ਅਬਦੁਲ ਸੱਤਾਰ ਦੇ ਨਾਲ ਜਾਂ ਗੁਲਾਬੋ ਦੇ ਨਾਲ ਮਹਿਸੂਸ ਕਰ ਪਾਉਂਦੇ ਹੈ, ਕਿਉਂਕਿ ਉਹਨਾਂ ਨੂੰ ਅਮੀਰ ਵਰਗ ਦੇ ਨਾਲ ਇੱਕ ਨਫ਼ਰਤ ਹੈ, ਇੱਕ ਘ੍ਰਿਣਾ ਹੈ, ਇੱਕ ਐਮਪੈਥੀ ਦੀ ਫੀਲਿੰਗ ਹੈ, ਕਿਉਂਕਿ ਉਹਨਾਂ ਤੋਂ ਉਹਨਾਂ ਨੂੰ ਕੁਛ ਮਿਲਿਆ ਨਹੀਂ ਸੀਗਾ, ਕੁਛ ਮਿਲ ਨਹੀਂ ਸਕਿਆ। ਇਸ ਕਰਕੇ ਉਹ ਡਾਊਨ ਟੂ ਫਰੈਂਚ ਨਾਲ ਜੁੜ ਗਏ। ਤੇ ਪੋਲੀਟੀਕਲ ਸਟੇਟਮੈਂਟ ਤਾਂ ਇਹ ਹੈ ਹੀ ਹੈ। ਪਿਆਸੇ ਦੀ ਜਦੋਂ ਵੀ ਗੱਲ ਆਉਂਦੀ ਹੈ ਕਿ ਗੁਰੂ ਦत्त ਸਾਹਿਬ ਦਾ ਜ਼ਿਕਰ ਕਰਦੇ ਹਾਂ ਤਾਂ ਅਸੀਂ ਇਹ ਬਿਲਕੁਲ ਨਹੀਂ ਸਾਨੂੰ ਭੁੱਲਣਾ ਚਾਹੀਦਾ ਕਿ ਸਾਹਿਬ ਲੁਧਿਆਣਵੀ ਸਾਹਿਬ ਦਾ ਵੀ ਉਨਾ ਹੀ ਰੋਲ ਹੈ ਇਹਦੇ ਦੇ ਵਿੱਚ, ਪਿਆਸਿਆਂ ਨੂੰ ਸਫਲ ਬਣਾਉਣ ਦੇ ਵਿੱਚ। ਜੇ ਉਹਨਾਂ ਦੀਆਂ ਨਜ਼ਮਾਂ ਇੱਕ ਡਾਇਰੈਕਟ ਹਿੱਟ ਕਰ ਰਹੀਆਂ ਨੇ ਪਿਆਸਿਆਂ ਦੇ ਵਿੱਚ, ਸਮਾਜ ਦੇ ਕੁਝ ਵਰਗਾਂ ਨੂੰ ਵੀ ਹਿੱਟ ਕਰ ਰਹੀਆਂ ਨੇ ਤੇ ਸਾਡੇ ਰਾਜਨੀਤਿਕ ਵਰਗਾਂ ਨੂੰ ਵੀ ਹਿੱਟ ਕਰ ਰਹੀਆਂ ਨੇ। ਕੋਈ ਹਿੰਮਤ ਕਰ ਪਾਏਗਾ ਇਹ ਲਿਖਣ ਦੀ ਕਿ ਇਹ ਕੂਚੇ, ये नीलाम घर दिलकशी के, ये टूटे हुए कारवां जिंदगी के, कहाँ हैं मुहाफिज खुदी के, जिन्हें नाज है हिंद पर वो कहाँ है। ये महलों, ये महलों, ये तख्तों, ये ताजों की दुनिया, ये मसली हुई अब खिली जर्द कलियां, जिन्हें नाज है हिंद पर वो कहाँ है। बिल्कुल जी। और ये पॉलिटिकल करप्शन ਨੂੰ ਵੀ ਉਹਨਾਂ ਨੇ ਇਹਦੇ ਵਿੱਚ ਦਰਸਾਇਆ ਹੈ ਕਿ ਦੁਨੀਆ ਅਗਰ ਮਿਲ ਵੀ ਜਾਏ ਤਾਂ ਕੀ ਹੈ। ਸੋ ਇਹ ਤਾਂ ਰਿਹਾ ਹੈ ਉਹਨਾਂ ਦਾ ਕੰਟਰੀਬਿਊਸ਼ਨ ਔਰ ਹਮੇਸ਼ਾ ਹਿਲਾ ਕੇ ਰੱਖ ਦਿੱਤਾ ਉਹਨਾਂ ਨੇ ਸਮਾਜ ਨੂੰ। ਔਰ ਜ਼ਿੰਦਗੀ ਦੇ ਵਿੱਚ ਵੀ ਉਹ ਇਦਾਂ ਦੇ ਹੀ ਸੀ। ਕਹਿੰਦੇ ਸੀਗੇ ਕਿ ਗੁਰੂ ਦੱਤ ਸਾਹਿਬ ਕਿ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ, ਯੂ ਵਿਲ ਹੈਵ ਟੂ ਫਾਈਟ ਦਿਸ ਸਿਸਟਮ। ਕਿੱਥੇ ਜਾਓਗੇ ਭੱਜ ਕੇ? ਕਿਉਂਕਿ ਸਿਸਟਮ ਤੁਹਾਨੂੰ ਗੁਲਾਮ ਬਣਾਉਂਦਾ ਹੈ ਔਰ ਤੁਸੀਂ ਆਜ਼ਾਦ ਹੋਣਾ ਚਾਹੁੰਦੇ ਹੋ। ਸੋ ਯੂ ਵਿਲ ਹੈਵ ਟੂ ਫਾਈਟ। ਸੋ ਆਪਾਂ ਮਾਡਰਨ ਏਰਾ ਤੇ ਆਉਂਦੇ ਹਾਂ ਬਾਬਾ ਜੀ। ਮਾਡਰਨ ਏਰਾ ਦੇ ਵਿੱਚ ਕਿਉਂਕਿ ਹੁਣੇ ਆਪਾਂ ਦੇਖਦੇ ਹਾਂ OTT ਪਲੇਟਫਾਰਮਸ ਵੀ ਆ ਗਏ, ਫਿਲਮਾਂ ਰਿਲੀਜ਼ ਹੋਣ ਲੱਗ ਪਈਆਂ। ਕਰੋਨਾ ਤੋਂ ਬਾਅਦ ਕਾਫੀ ਸੀਨ ਚੇਂਜ ਹੋ ਗਿਆ ਹੈ। ਹੁਣ ਫਿਲਮਾਂ ਬਣਾਉਣ ਦਾ ਤਰੀਕਾ ਸਭ ਕੁਝ ਚੇਂਜ ਹੁੰਦਾ ਪਿਆ ਔਰ OTT ਪਲੇਟਫਾਰਮਸ ਨੇ ਤਾਂ ਬਹੁਤ ਜ਼ਿਆਦਾ ਡੋਮੀਨੇਟ ਕੀਤਾ ਹੈ। ਹੋਇਆ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ
ਕਿ ਜਿੱਦਾਂ ਵੈਲਗੈਰਿਟੀ ਤੁਸੀਂ ਪਰੋਸਦੇ ਹੋ ਆਪਣੀਆਂ ਵੈਬ ਸੀਰੀਜ਼ ਦੇ ਵਿੱਚ OTT ਪਲੇਟਫਾਰਮ ਤੇ, ਉਸ ਵੈਲਗੈਰਿਟੀ ਨੂੰ ਬੰਦ ਕੀਤਾ ਜਾਵੇ, ਕਿਉਂਕਿ ਐਕਸ਼ਨ ਲਿੱਤਾ ਜਾਵੇਗਾ ਉਹਨਾਂ ਫਿਲਮ ਮੇਕਰਸ ਦੇ ਉੱਤੇ ਜੋ ਇਸ ਤਰ੍ਹਾਂ ਦੀ ਵਲਗੈਰਿਟੀ ਨੂੰ ਲੈ ਕੇ ਆਉਂਦੇ ਨੇ। ਸੋ ਕਿਤੇ ਵਲਗੈਰਿਟੀ ਲੈ ਕੇ ਆ ਗਏ ਨੇ, ਕਿੱਥੇ ਅਸੀਂ ਸੋਸ਼ਲ ਇਸ਼ੂਜ਼ ਦੀ ਗੱਲ ਕਰਦੇ ਹਾਂ। ਮਾਡਰਨ ਇਰਾ ਦੇ ਵਿੱਚ ਯੂਥ ਨੂੰ ਕਿੱਧਰ ਲੈ ਕੇ ਜਾ ਰਿਹਾ ਸਿਨੇਮਾ। ਨੋ ਡਾਊਟ ਇਸ਼ੂਜ਼ ਦੇ ਉੱਤੇ ਵੀ ਫਿਲਮਾਂ ਬਣਦੀਆਂ ਨੇ, ਆਮਿਰ ਖਾਨ ਸਾਹਿਬ ਬਣਾਉਂਦੇ ਨੇ, ਦੰਗਲ ਫਿਲਮ ਸ਼ਾਹਰੁਖ ਖਾਨ ਨੇ ਬਣਾਈ ਹੈ, ਚੱਕ ਦੇ ਇੰਡੀਆ ਅਕਸ਼ੇ ਕੁਮਾਰ ਬਣਾਉਂਦੇ ਨੇ, ਔਰ ਉਹਦੇ ਵਿੱਚ ਸਲਮਾਨ ਖਾਨ ਵੀ ਕੰਟਰੀਬਿਊਟ ਕਰ ਰਹੇ ਨੇ। ਕਿਤੇ ਨਾ ਕਿਤੇ ਅਸੀਂ ਸੋਸ਼ਲ ਇਸ਼ੂਜ਼ ਨੂੰ ਲੈ ਕੇ ਚੱਲਦੇ ਹਾਂ, ਬਹੁਤ ਮਜ਼ੇਦਾਰ ਤਰੀਕੇ ਨਾਲ ਚੱਲਦੇ ਹਾਂ, ਪਰ ਵਲਗੈਰਿਟੀ ਡੋਮੀਨੇਟ ਕਰਦੀ ਪਈ ਹੈ। ਸੋ ਇੱਕ ਫਾਈਨਲ ਤੁਹਾਡੇ ਕੋਲ ਆਨਸਰ ਚਾਹਾਂਗਾ, ਮਾਡਰਨ ਇਰਾ ਦੇ ਵਿੱਚ ਯੂਥ ਦੀ ਕੀ ਰਿਸਪੌਂਸਿਬਿਲਿਟੀ ਹੈ ਸਿਨੇਮਾ ਨੂੰ ਲੈ ਕੇ, ਤੇ ਸਿਨੇਮਾ ਦੀ ਕੀ ਰਿਸਪੌਂਸਿਬਿਲਿਟੀ ਹੈ ਯੂਥ ਨੂੰ ਲੈ ਕੇ। ਮਾਡਰਨ ਇਰਾ ਇੱਕ ਮੈਂ ਕਹਿ ਸਕਦਾ ਕਿ ਦੋ ਧਾਰੀ ਤਲਵਾਰ ਹੈ ਇੱਥੇ, ਕਿਉਂਕਿ ਮੈਂ ਇਹ ਬਿਲਕੁਲ ਨਹੀਂ ਕਹੂੰਗਾ ਕਿ ਹਰ ਚੀਜ਼ ਜਿਹੜੀ ਹੈ ਉਹ ਮਾਡਰਨ ਐਰਾ ਦੇ ਵਿੱਚ ਸਿਨੇਮਾ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚ ਮਾੜੀ ਹੋ ਰਹੀ ਹੈ। ਇਹ ਕਹਿਣਾ ਵੀ ਮੇਰੇ ਵੱਲੋਂ ਗਲਤ ਹੋਏਗਾ। ਤੇ ਮਾਡਰਨ ਸਿਨੇਮਾ 1950 ਦੇ ਦਹਾਕੇ ਦੀ ਜਾਂ 60 ਦੇ ਦਹਾਕੇ ਦੀ ਸੈਂਸਿਟੀਵਿਟੀ ਨੂੰ ਪੋਰਟਰੇ ਕਰ ਰਿਹਾ ਹੈ। ਮੈਂ ਇਹ ਵੀ ਨਹੀਂ ਕਹਾਂਗਾ ਕਿਉਂਕਿ ਉਹ ਨਹੀਂ ਹੋ ਰਿਹਾ, ਉਹ ਹੋ ਹੀ ਨਹੀਂ ਰਿਹਾ। ਉਹ ਸੈਂਸਿਟੀਵਿਟੀ ਜਿਹੜੀ ਹੈ ਉਹ ਨਹੀਂ ਆ ਰਹੀ, ਪਰ ਸਾਨੂੰ ਕਈ ਫੈਕਟਰਸ ਦੇਖਣੇ ਪੈਣਗੇ। जिस टाइम की आप गल कर रहे हैं उस टाइम मैं उसी अपनी गल रिपीट करना, सिनेमा वाज एन एक्सक्लूसिव मीडियम टू गिव द मैसेज आल्सो and for entertainment also. But in this era where we have got mobile phones, we have got so many social media platforms, where we have got OTT and where we have got some other channels of entertainment also, ਤਾਂ सिनेमा ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਘਟ ਗਈ ਹੈ, ਕਿਉਂਕਿ ਉਹ ਆਪਣੀ ਜ਼ਿੰਮੇਵਾਰੀ ਦੂਸਰਿਆਂ ਤੇ ਸੁੱਟ ਰਿਹਾ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਦੂਸਰੇ ਉਸ ਜ਼ਿੰਮੇਵਾਰੀ ਨੂੰ ਚੱਕਣ ਲਈ ਅੱਗੇ ਵੱਧ ਰਹੇ ਨੇ, ਲੇਕਿਨ ਉਹ ਜ਼ਿੰਮੇਵਾਰੀ ਚੱਕੀ ਨਹੀਂ ਜਾ ਰਹੀ ਹੈ। ਅੱਜ ਕੋਈ ਵੀ ਆਦਮੀ, ਕੋਈ ਵੀ ਵਿਅਕਤੀ ਜਿਹੜਾ ਹੈ ਉਹ 4 ਸ਼ੋਜ਼ ਵਾਲਾ ਸਿਨੇਮਾ ਨਹੀਂ ਰਿਹਾ, ਜੋ 9 ਤੋਂ 12, 12 ਤੋਂ 3, 3 ਤੋਂ 6, 6 ਤੋਂ 9 ਹੁੰਦਾ ਸੀਗਾ। ਤੇ ਆਦਮੀ ਜਾਂਦਾ ਸੀਗਾ ਇੱਕ ਪਰਿਵਾਰ ਲਈ, ਉਹ ਇੱਕ ਓਕੇਜ਼ਨ ਹੁੰਦਾ ਸੀਗਾ ਕਿ ਚਲੋ ਇੱਕ ਮੂਵੀ ਦੇਖ ਆਈਏ, ਤੇ ਉਸ ਮੂਵੀ ਤੋਂ ਪ੍ਰਭਾਵਿਤ ਹੋ ਕੇ ਆਉਂਦੇ ਸੀ। ਨਾਓ if a movie is watched ਤਾਂ ਇਹ ਦੇਖਿਆ ਜਾਂਦਾ ਹੈ ਕਿ ਉਸ ਮੂਵੀ ਨੂੰ ਵੀ ਲੋਕ ਜਿਹੜੇ ਹੈ ਉਹ ਕਿਸ਼ਤਾਂ 'ਚ ਵੇਖ ਰਹੇ ਹੈ, ਕਿ ਕਦੋਂ 15 ਮਿੰਟ ਦੇਖ ਲਈ, 25 ਮਿੰਟ ਦੇਖ ਲਿਆ, 10 ਮਿੰਟ ਦੇਖ ਲਈ, ਤੇ ਸ਼ਾਇਦ 10 ਕਿਸ਼ਤਾਂ ਦੇ ਵਿੱਚ ਉਸ ਮੂਵੀ ਨੂੰ ਉਹ ਪੂਰਾ ਕਰਨਗੇ। ਇਹ ਉਸ ਤਰ੍ਹਾਂ ਹੀ ਹੈ ਕਿ ਤੁਸੀਂ ਇੱਕ ਕਿਤਾਬ ਨੂੰ ਪੂਰੀ ਤਰ੍ਹਾਂ ਨਾ ਪੜ੍ਹੋ, ਲੇਕਿਨ ਤੁਸੀਂ 2-2 ਪੰਨਿਆਂ ਨੂੰ ਜਦੋਂ ਪੜ੍ਹਦੇ ਹੋ ਤੁਹਾਡਾ ਫੋਕਸ ਹਟ ਜਾਂਦਾ ਹੈ, ਤੇ ਤੁਸੀਂ ਉਸ ਚੀਜ਼ ਨੂੰ ਸੀਰੀਅਸਲੀ ਲੈਣਾ ਬੰਦ ਕਰ ਦਿੰਦੇ ਹੋ। ਉਸ ਚੀਜ਼ ਨੂੰ ਇੰਨਾ ਸੀਰੀਅਸਲੀ ਨਹੀਂ ਲਿੱਤਾ ਜਾ ਸਕਦਾ, ਉਹ ਪਿਓਰਲੀ ਤੁਹਾਡੇ ਲਈ ਐਂਟਰਟੇਨਮੈਂਟ ਦਾ ਮਾਧਿਅਮ ਜਿਹੜਾ ਹੈ ਉਹ ਬਣ ਜਾਂਦਾ ਹੈ। ਜਦੋਂ ਇਹ ਚੀਜ਼ ਹੋ ਗਈ ਹੈ ਤਾਂ ਮੈਂ ਕਿਵੇਂ ਕਹਿ ਸਕਦਾ ਕਿ ਇਹ ਚੀਜ਼ ਜਿਹੜੀ ਹੈ ਮੀਡੀਆ ਜੋ ਇਸ ਪ੍ਰਕਾਰ ਦਾ ਸਿਨੇਮਾ ਹੈ ਉਹ ਯੂਥ ਨੂੰ ਪ੍ਰਭਾਵਿਤ ਕਰੇਗਾ। ਨੈਗੇਟਿਵਲੀ ਤਾਂ ਕਰੇਗਾ, ਪਰ ਪੋਜ਼ਿਟਿਵਲੀ ਨਹੀਂ ਕਰੇਗਾ। ਜੇ ਅਸੀਂ ਪੋਜ਼ਿਟਿਵ ਮੈਸੇਜ ਵੀ ਦੇਣਾ ਚਾਹ ਰਹੇ ਹਾਂ ਤਾਂ ਉਸ ਨੂੰ ਬੜਾ ਲਾਈਟਲੀ ਲਿਆ ਜਾਂਦਾ, ਪਰ ਉਹ ਮੈਸੇਜ ਆ ਹੀ ਬੜਾ ਘੱਟ ਰਿਹਾ। ਜਿਵੇਂ ਕਿ ਤੁਸੀਂ ਵੀ ਗੱਲ ਕੀਤੀ ਹੈ ਕਿ ਉਹ ਨਾਮ ਜਿਹੜੇ ਹੈ ਉਂਗਲੀਆਂ ਤੇ ਗਿਣਾਏ ਜਾ ਸਕਦੇ ਨੇ, ਬਹੁਤ ਜ਼ਿਆਦਾ ਨਹੀਂ ਹੈ। जमाना आ गया है कि हाउ यू कैन अर्न 300 करोड़ 400 करोड़ और 500 करोड़, तो यूथ ने भी अपने आप में उसी चीज़ में आइडेंटिफाई कर लिया। सोसाइटी मटीरियलिस्टिक हो गई है, साडा सिनेमा भी मटीरियलिस्टिक हो गया। ये कहना बिल्कुल गलत होएगा कि सिनेमा सोसाइटी में इन्फ्लुएंस करता है। सिनेमा भी किसी ना किसी सोसाइटी तो इन्फ्लुएंस होता है। फिल्मकार एक्टर्स ही नहीं जिहड़ा है वो एग्जिस्ट करते हैं समाज के विच। समाज के विच डॉक्टर्स भी एग्जिस्ट कर रहे हैं, इंजीनियर भी एग्जिस्ट कर रहे हैं, टीचर्स भी एग्जिस्ट कर रहे हैं, जर्नलिस्ट भी एग्जिस्ट कर रहे हैं। तो जिस प्रकार का माइंडसेट उन्हों का बन गया है, वही माइंडसेट एक्टर्स का बन गया है, वही माइंडसेट साडे यूथ का भी बन गया। एस्केपिज्म ते वायलेंस जो समाज के विच है वही सिनेमा से झलकेगी, जे सिनेमा से झलकेगी तो किते ना किते समाज के विच ही आएगी। दिस इज बोथ वो चीज़ जिहड़ी है वो हो रही है, ये रिफ्लैक्ट हो रही है, समाज के विच रिफ्लैक्ट हो रही है कि यूथ नाल रिलेटेड सिनेमा रियल इशूज कभी खत्म नहीं होंदे सर। अनएम्पलॉयमेंट का इशू जो 50 के दहाके च अज भी है, गुरबत का इशू जो 50 के दहाके च 60 के दहाके दे विच अज भी है, ये क्लास स्ट्रगल उस दहाके दे विच क्लास स्ट्रगल वर्क संघर्ष अज भी है। नस्लवाद उदों सी तो नस्लवाद अज भी है, लेकिन यूथ अपने आप नूं इन्हां इशूज नाल हुण रिलेट नहीं करता है, क्योंकि वो किते ना किते इन्हां इशूज नूं लैके रिलेट नहीं करना चाहता। ਜਦੋਂ ਤੱਕ ਕਿ ਸਿਨੇਮਾ ਦਾ ਮਾਧਿਅਮ ਦੀ ਗੱਲ ਆਉਂਦੀ ਹੈ ਉਸਨੂੰ ਪਿਓਰ ਐਂਟਰਟੇਨਮੈਂਟ ਦਾ ਮੀਡੀਅਮ ਦੇਖਣ ਲੱਗ ਪਿਆ, ਜਿਹਨੂੰ ਅਸੀਂ ਕਿਸ਼ਤਾਂ, ਜਿਹਦੇ ਤੋਂ ਅਸੀਂ ਕੋਈ ਲੈਸਨ ਲੈ ਕੇ ਜਾਣਾ ਹੈ, ਕੋਈ ਮੈਸੇਜ ਲੈ ਕੇ ਜਾਣਾ ਹੈ, ਇਹ ਧਾਰਨਾ ਜਿਹੜੀ ਹੈ ਕਿਤੇ ਨਾ ਕਿਤੇ ਖਤਮ ਹੋ ਗਈ। ਜੀ ਬਾਬਾ ਜੀ, ਥੈਂਕ ਯੂ ਸੋ ਮਚ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ ਹੈ।
ਸੋ ਇਹ ਯੂਥ ਦੀ ਰਿਸਪੌਂਸਿਬਿਲਟੀ ਆ ਕਿ ਕਿੱਦਾਂ ਦਾ ਸਿਨੇਮਾ ਕ੍ਰੀਏਟ ਕਰਨਾ ਚਾਹੁੰਦੇ ਨੇ, ਇਹ ਯੂਥ ਦੀ ਰਿਸਪੌਂਸਿਬਿਲਟੀ ਆ ਕਿੱਦਾਂ ਦੀ ਸੋਸਾਇਟੀ ਕ੍ਰੀਏਟ ਕਰਨਾ ਚਾਹੁੰਦੇ ਨੇ, ਇਹ ਯੂਥ ਦੀ ਰਿਸਪੌਂਸਿਬਿਲਟੀ ਹੈ ਕਿ ਉਹ ਆਪਣੇ ਜਿਹੜੇ ਇਸ਼ੂਜ਼ ਨੇ, ਆਪਣੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਚਾਹੁੰਦੇ ਨੇ। ਉਹ ਗਵਰਨਮੈਂਟਸ ਕੋਲੋਂ ਕੀ ਚਾਹੁੰਦੇ ਨੇ, ਉਹ ਗਵਰਨਮੈਂਟਸ ਨੂੰ ਕਿੱਦਾਂ ਦੱਸਣਾ ਚਾਹੁੰਦੇ ਨੇ ਕਿ ਤੁਸੀਂ ਸਾਡੇ ਵਾਸਤੇ ਕਿਸ ਤਰ੍ਹਾਂ ਕੰਮ ਕਰੋ ਜੋ ਸਾਨੂੰ ਪਸੰਦ ਆਵੇ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਸੰਦ ਆਵੇ, ਸਾਡੇ ਜੀਵਨ ਨੂੰ ਪਸੰਦ ਆਵੇ। ਥੈਂਕ ਯੂ ਸੋ ਮਚ ਬਾਬਾ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਇਸ ਸਬਜੈਕਟ ਦੇ ਉੱਤੇ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।